ਹੁਣ ਜਿਹੜੀ ਹੈ ਉਹ ਕਰਾਂਗੇ, ਕਿਉਂਕਿ ਇੱਕ ਇਨੀਸ਼ੀਏਟਿਵ ਜਿਹੜਾ ਸ਼ੇਰੇ ਪੰਜਾਬ ਵੱਲੋਂ ਲਿਆ ਗਿਆ ਕਿ ਕੈਨੇਡਾ ਦੇ ਜਿਹੜੇ ਕਿਸਾਨ ਨੇ ਉਹ ਕਿਸ ਕਿਸਮ ਨਾਲ ਚੁਣੌਤੀਆਂ ਦੇ ਵਿੱਚੋਂ ਗੁਜ਼ਰ ਰਹੇ ਨੇ, ਉਹ ਕਿਸ ਕਿਸਮ ਨਾਲ ਪਰੇਸ਼ਾਨੀਆਂ ਦੇ ਵਿੱਚੋਂ ਗੁਜ਼ਰ ਰਹੇ ਨੇ, ਉਹਨਾਂ ਦੀਆਂ ਕੀ ਜ਼ਰੂਰਤਾਂ ਨੇ, ਉਹਨਾਂ ਦਾ ਕੀ ਕਹਿਣਾ ਹੈ ਆਪਣੇ ਮੁੱਦਿਆਂ ਤੇ ਆਪਣੀਆਂ ਮੰਗਾਂ ਤੇ, ਉਹ ਅਸੀਂ ਇੱਕ ਸੀਰੀਜ਼ ਜਿਹੜੀ ਉਹ ਚਲਾਈ ਹੋਈ ਹੈ, ਉਹਦੇ ਬਾਰੇ ਗੱਲਬਾਤ ਚੱਲੇਗੀ। ਕੈਨੇਡੀਅਨ ਫਾਰਮਰਸ ਦੀਆਂ ਚੁਣੌਤੀਆਂ ਤੇ ਇੱਕ ਝਾਤ ਸ਼ੇਰੇ ਪੰਜਾਬ ਦੇ ਨਾਲ। ਕੈਨੇਡਾ ਦੇ ਕਿਸਾਨ, ਮੰਗਾਂ, ਮੁੱਦੇ ਤੇ ਹੱਲ। ਸੋ ਕੈਨੇਡਾ ਦੇ ਕਿਸਾਨ, ਮੰਗਾਂ, ਮੁੱਦੇ ਤੇ ਹੱਲ ਜਿਹੜਾ ਇਹ ਸਾਡਾ ਪ੍ਰੋਗਰਾਮ ਹੈ, ਇਹਦੇ ਵਿੱਚ ਅਸੀਂ ਪਹਿਲੇ ਦਿਨ BC ਦੇ ਫਰੂਟ ਗਰੋਅਰਸ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਕੱਲ੍ਹ ਮੀਟ ਪ੍ਰੋਡਿਊਸਰਸ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਔਰ ਮੇਨ ਸਟਰੀਮ ਮੀਡੀਆ ਵੱਲੋਂ ਬਹੁਤ ਸਾਨੂੰ ਹੁੰਗਾਰਾ ਮਿਲਿਆ ਇਸ ਗੱਲ ਨੂੰ ਲੈ ਕੇ, ਸੋਸ਼ਲ ਮੀਡੀਆ ਤੇ ਵੀ ਔਰ ਅਦਰਵਾਈਜ਼ ਵੀ। ਔਰ ਅੱਜ ਜਿਹੜੀ ਗੱਲਬਾਤ ਹੋਏਗੀ ALR ਦੇ ਇਸ਼ੂ ਦੇ ਉੱਤੇ ਹੋਏਗੀ, ਔਰ ALR ਦੇ ਇਸ਼ੂ ਦੇ ਉੱਤੇ ਜੇਕਰ ਕੋਈ ਸਾਡੇ ਲਿਸਨਰ ਗੱਲਬਾਤ ਕਰਨੀ ਚਾਹੁੰਦੇ ਨੇ, ਆਪਣੇ ਵਿਚਾਰ ਰੱਖਣੇ ਚਾਹੁੰਦੇ ਨੇ, ਤਾਂ ਡੈਫੀਨੇਟਲੀ ਉਹ ਆ ਸਕਦੇ ਨੇ। ਅਸੀਂ ਸਰਕਾਰ ਤੱਕ ਵੀ ਅਪਰੋਚ ਕਰ ਰਹੇ ਹਾਂ ਕਿ ਉਹ ਵੀ ਇਹਨਾਂ ਵਿਸ਼ਿਆਂ ਦੇ ਉੱਤੇ ਆ ਕੇ ਆਪਣੀ ਰਾਏ ਜਿਹੜੀ ਆ ਉਹ ਰੱਖ ਸਕਦੇ ਨੇ। ਸੋ ALR ਜਿਹੜਾ ਐਗਰੀਕਲਚਰ ਲੈਂਡ ਰਿਜ਼ਰਵ ਹੈ, ਇਹ ਕੀ ਹੈ ਔਰ ਕਿਸ ਕਿਸਮ ਦੇ ਨਾਲ ਜਿਹੜਾ ALC ਹੈ ਉਹ ਕਿਸ ਕਿਸਮ ਦੇ ਨਾਲ ਕੰਮ ਕਰਦੀ ਹੈ, ਇਹ ਸਾਰੇ ਘਟਨਾਕ੍ਰਮ ਦੇ ਉੱਤੇ ਜੋ ਪਿਛਲੇ ਕੁਝ ਸਾਲਾਂ ਦੇ ਦੌਰਾਨ ਹੋਇਆ, ਜਿਹੜੇ ਬਿੱਲ ਆਏ, ਬਿੱਲ 15 ਆਇਆ ਔਰ ਬਿੱਲ 52 ਆਇਆ, ਇਹਦੇ ਉੱਤੇ ਅਸੀਂ ਜਾਣਕਾਰੀ ਲਾਂਗੇ ਮੇਰੇ ਸਾਥੀ ਰਿਪੋਰਟਰ ਨੇ ਸਰਮੀਤ ਸਿੰਘ ਉਹਨਾਂ ਦੇ ਕੋਲੋਂ ਕਿ ਆਖਿਰਕਾਰ ਇਹ ਬਿੱਲ ਜਿਹੜੇ ਨੇ ਇਹ ਕੀ ਨੇ ਔਰ ਕਿਸ ਕਿਸਮ ਨਾਲ ਇਹ ਲਿਮਿਟ ਕਰਦੇ ਨੇ ਜਿਹੜੇ ਇੱਥੇ ਖੇਤੀਬਾੜੀ ਵਾਲੇ ਕਿਸਾਨ ਨੇ, ਜਿਹੜੇ ਖੇਤੀਬਾੜੀ ਕਰ ਰਹੇ ਨੇ, ਉਹਨਾਂ ਨੂੰ ਆਪਣੇ ਘਰਾਂ ਨੂੰ ਬਣਾਉਣ ਦੇ ਵਿੱਚ। ਸਰਮੀਤ, ਬਹੁਤ ਬਹੁਤ ਸਵਾਗਤ ਤੁਹਾਡਾ। ਜੀ ਬਹੁਤ ਬਹੁਤ ਧੰਨਵਾਦ ਸਮੀਰ ਜੀ। ਸਰਮੀਤ, ਸਾਨੂੰ ਦੱਸੋ ਕਿ ਜਿਹੜੇ ਦੋ ਬਿੱਲ ਨੇ ਇਹ ਆਖਿਰਕਾਰ ਇਹਨਾਂ ਦੇ ਵਿੱਚ ਕੀ ਕੁਝ ਐਸਾ ਲਿਖਿਆ ਜਿਹਨੂੰ ਲੈ ਕੇ ਕਈ ਕਿਸਾਨ ਜਿਹੜੇ ਪਰਿਵਾਰ ਨੇ ਉਹ ਇਤਰਾਜ਼ ਜਤਾ ਰਹੇ ਨੇ? ਜੀ ਬਿਲਕੁਲ ਸਮੀਰ ਜੀ, ਜੇ ਆਪਾਂ ਇਹਨਾਂ ਨੂੰ, ਇਹ ਦੋ ਬਿੱਲਾਂ ਨੂੰ ਇੱਥੋਂ ਦੇ ਕਾਲੇ ਕਾਨੂੰਨ ਕਹਿ ਲਈਏ ਤਾਂ ਕੋਈ ਅਤਕਥਨੀ ਨਹੀਂ ਹੋਊਗੀ। ਇਹ ਦੋ ਬਿੱਲ ਹੈ ਜਿਹੜੇ ਲੈ ਕੇ ਆਂਦੇ ਗਏ ਆ NDP ਸਰਕਾਰ ਵੱਲੋਂ। ਪਹਿਲਾ ਬਿੱਲ ਹੈਗਾ ਬਿੱਲ 52। ਇਹਦੇ ਮੁਤਾਬਿਕ ਸਰਕਾਰ ਇਹ ਤੈਅ ਕਰਦੇ ਕਿ ਤੁਸੀਂ ਆਪਣੀ ਜਿਹੜੀ ਐਗਰੀਕਲਚਰ ਲੈਂਡ ਦੇ ਵਿੱਚ ਕਿੱਡਾ ਘਰ ਪਾਓਗੇ ਤੇ ਕਿੰਨੇ ਘਰ ਪਾਓਗੇ। ਬੇਹੱਦ ਮੰਦਭਾਗੀ ਗੱਲ ਜਿਹੜੀ ਫਾਰਮਰਸ ਵੱਲੋਂ ਲਗਾਤਾਰ ਇੱਥੇ ਆਵਾਜ਼ ਚੁੱਕੀ ਜਾ ਰਹੀ ਹੈ ਕਿ ਸਰਕਾਰ ਇਹ ਤੈਅ ਨਾ ਕਰੇ ਕਿ ਅਸੀਂ ਕਿੰਨੇ ਘਰ ਪਾਉਣੇ ਆ ਤੇ ਕਿੰਨਾ ਵੱਡਾ ਘਰ ਪਾਉਣਾ ਹੈਗਾ। ਔਰ ਦੂਸਰਾ ਜਿਹੜਾ ਬਿੱਲ ਹੈਗਾ ਜੀ ਬਿੱਲ 15, ਇਹ ਬਿੱਲ ਤੈਅ ਕਰਦਾ ਕਿ ਤੁਸੀਂ ਆਪਦਾ ਸਮਾਨ ਕਿਵੇਂ ਵੇਚੋਗੇ। ਬਹੁਤ ਸਾਰੇ ਫਾਰਮਰਸ ਨੇ ਸਮੀਰ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਆਪਣਾ ਪ੍ਰੋਡਕਟ ਵੇਚਦੇ ਆ, ਐਗਰੀਕਲਚਰ ਪ੍ਰੋਡਕਟ, ਤਾਂ ਉਹਦੇ 'ਚ ਵੈਲਿਊ ਐਡੀਸ਼ਨ ਕਰਨਾ ਚਾਹੁੰਦੇ ਆ, ਕਿਉਂਕਿ ਵੈਲਿਊ ਐਡੀਸ਼ਨ ਕਰਨ ਦੇ ਨਾਲ ਉਹਨਾਂ ਦਾ ਜਿਹੜੇ ਪ੍ਰੋਡਕਟ ਹੈ ਉਹਦੀ ਵੈਲਿਊ ਵੱਧ ਜਾਂਦੀ ਹੈ, ਉਹਨਾਂ ਨੂੰ 4 ਪੈਸੇ ਹੋਰ ਜ਼ਿਆਦਾ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਪਰ ਸਰਕਾਰ ਵੱਲੋਂ ਜਿਹੜਾ ਬਿੱਲ 15 ਲੈ ਕੇ ਆਂਦਾ ਗਿਆ, ਇਹ ਕਹਿੰਦਾ ਕਿ ਜੇ ਤੁਸੀਂ ਆਪਦੇ ਪ੍ਰੋਡਕਟ ਦੇ ਵਿੱਚ ਵੈਲਿਊ ਐਡੀਸ਼ਨ ਕਰਦੇ ਹੋ ਤੇ ਜੇ ਉਹਦੀ ਇਨਕਮ ਤੁਹਾਡੀ ਦੂਸਰੇ ਪ੍ਰੋਡਕਟ ਨਾਲੋਂ ਇਨਕਮ ਜ਼ਿਆਦਾ, ਤਾਂ ALC ਕੋਲੇ, ਐਗਰੀਕਲਚਰਲ ਲੈਂਡ ਕਮਿਸ਼ਨ ਕੋਲੇ ਇੰਨੀਆਂ ਪਾਵਰਸ ਹੈਗੀਆਂ ਕਿ ਉਹ ਤੁਹਾਡੇ ਕੰਮ ਨੂੰ ਰੋਕ ਸਕਦੇ ਆ। ਔਰ ਇਹਦੇ ਕਰਕੇ ਬਹੁਤ ਸਾਰੇ ਜਿਹੜੇ ਫਾਰਮਰ ਹੈਗੇ ਉਹ ਆਪਣੇ ਫਾਰਮ ਦੇ ਉੱਤੇ ਵੈਲਿਊ ਐਡੀਸ਼ਨ ਨਹੀਂ ਕਰ ਸਕਦੇ। ਜੀ ਸਮੀਰ ਜੀ, ਸਾਨੂੰ ਇਹ ਵੀ ਜਾਣਕਾਰੀ ਦਿਓ ਕਿ ਜਿਹੜਾ ਇਸ ਵੇਲੇ ਵੈਲਿਊ ਐਡੀਸ਼ਨ ਦੀ ਗੱਲ ਆਉਂਦੀ ਹੈ ਤਾਂ ਕੀ ਕੋਈ ਖਾਸ ਲਿਮਿਟ ਹੈ, ਜਿਹੜਾ ਖਾਸ ਇਹਦੇ 'ਚ ਇੱਕ ਦਿੱਤਾ ਗਿਆ, ਖਾਕਾ ਬਣਾਇਆ ਗਿਆ ਕਿ ਕਿੰਨਾ ਕੁ ਵੱਡਾ ਘਰ ਹੋ ਸਕਦਾ ਔਰ ਕਿੰਨੀ ਜਗ੍ਹਾ ਦੇ ਵਿੱਚ ਉਹ ਘਰ ਬਣਾਇਆ ਜਾਣਾ ਚਾਹੀਦਾ? ਜੀ ਬਿਲਕੁਲ ਸਮੀਰ ਜੀ, ਸਰਕਾਰ ਵੱਲੋਂ ਇਹ ਤੈਅ ਕੀਤਾ ਗਿਆ ਕਿ ਤੁਸੀਂ 5382 ਸਕੁਅਰ ਫੀਟ ਜਾਂ 500 ਸਕੁਅਰ ਮੀਟਰ, ਇਸ ਤੋਂ ਵੱਡਾ ਤੁਸੀਂ ਜਿਹੜਾ ਫਲੋਰ ਸਪੇਸ ਦਾ ਘਰ ਨਹੀਂ ਬਣਾ ਸਕਦੇ। ਔਰ ਤੁਸੀਂ ਆਪਣੀ ਐਗਰੀਕਲਚਰ ਲੈਂਡ ਦੇ ਵਿੱਚ ਸਿਰਫ ਇੱਕ ਹੀ ਘਰ, ਪ੍ਰਾਇਮਰੀ ਹਾਊਸ ਬਣਾ ਸਕਦੇ ਹੋ, ਸੈਕੰਡਰੀ ਡਿਵੈਲਿੰਗ ਨਹੀਂ ਬਣਾ ਸਕਦੇ। ਚਾਹੇ ਤੁਸੀਂ ਆਪਣੇ ਪੇਰੈਂਟਸ ਲਈ ਬਣਾਉਣਾ ਚਾਹੁੰਦੇ ਹੋਵੋ ਉਹ ਵੀ ਨਹੀਂ ਬਣਾ ਸਕਦੇ, ਚਾਹੇ ਤੁਸੀਂ ਆਪਣੀ ਐਗਰੀਕਲਚਰ ਲੇਬਰ ਦੇ ਲਈ ਬਣਾਉਣਾ ਚਾਹੁੰਦੇ ਹੋਵੋ, ਕਿਉਂਕਿ ਬਹੁਤ ਸਾਰੇ ਫਾਰਮਰਸ ਹੈਗੇ ਆ ਸਮੀਰ ਜੀ, ਇੱਥੇ ਬਹੁਤ ਲਾਰਜ ਸਕੇਲ ਤੇ ਐਗਰੀਕਲਚਰ ਕੀਤੀ ਜਾਂਦੀ ਹੈ। ਸੋ ਉਹਨਾਂ ਦਾ ਇੱਕ ਮੰਗ ਰਹਿੰਦੀ ਹੈ ਕਿ ਉਹਨਾਂ ਨੂੰ ਮੈਕਸੀਕੋ ਤੋਂ ਫਾਰਮਰਸ ਐਗਰੀਕਲਚਰ ਲੇਬਰ ਮੰਗਵਾਉਣੀ ਪੈਂਦੀ ਹੈ ਜਾਂ ਕਿਸੇ ਹੋਰ ਪ੍ਰੋਵਿੰਸਸ ਤੋਂ ਜਾਂ ਹੋਰ ਕੰਟਰੀਜ਼ ਤੋਂ ਐਗਰੀਕਲਚਰ ਲੇਬਰ ਮੰਗਵਾਉਣੀ ਪੈਂਦੀ ਹੈ। ਸੋ ਉਹਨਾਂ ਦੇ ਰਿਹਾਇਸ਼ ਦਾ ਪ੍ਰਬੰਧ ਜਿਹੜਾ ਉਹ ਆਪਣੇ ਐਗਰੀਕਲਚਰ ਲੈਂਡ ਤੇ ਕਰਦੇ ਹੈਗੇ। ਪਰ ਸਰਕਾਰ ਦਾ ਇਹ ਕਹਿਣਾ ਹੈ ਕਿ ਉਹ ਨਾ ਹੀ ਸੈਕੰਡਰੀ ਡਿਵੈਲਿੰਗ ਬਣਾ ਸਕਦੇ, ਜਿਹੜਾ ਪ੍ਰਾਇਮਰੀ ਡਿਵੈਲਿੰਗ ਦਾ ਸਾਈਜ਼ ਵੀ ਹੈਗਾ ਸਮੀਰ ਜੀ 5300 ਸਕੁਅਰ ਫੀਟ ਜਾਂ 500 ਸਕੁਅਰ ਮੀਟਰ ਤੱਕ ਨਿਰਧਾਰਿਤ ਕੀਤਾ ਗਿਆ। ਜੀ ਸਮੀਰ। ਅੱਛਾ, ਇਹ ਸਾਨੂੰ ਦੱਸੋ ਕਿ ਹੁਣ ਜਿਹੜੇ ਇੱਥੋਂ ਦੇ ਕਿਸਾਨ ਨੇ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਹੋਈ, ਉਹ ਕੀ ਕੁਝ ਕਰ ਰਹੇ ਨੇ, ਕਿਸ ਤਰੀਕੇ ਨਾਲ ਇਸ ਪ੍ਰੋਟੈਸਟ ਨੂੰ ਲੈ ਕੇ ਅੱਗੇ ਚੱਲ ਰਹੇ ਨੇ? ਕਿਉਂਕਿ ਪਿਛਲੇ ਕਈ ਕੁਝ ਸਾਲਾਂ ਤੋਂ ਇਹ ਜਿਹੜਾ ਪ੍ਰੋਟੈਸਟ ਹੈ ਉਹ ਚੱਲ ਰਿਹਾ, ਇਹਨੂੰ ਲੈ ਕੇ ਜਿਹੜੇ ਲੋਕਲ MLAs ਨੇ, ਇੱਥੋਂ ਦੇ ਮਿਨਿਸਟਰਸ ਨੇ, ਉਹਨਾਂ ਦੇ ਨਾਲ ਵੀ ਪਿਛਲੀ ਜਦੋਂ ਸਰਕਾਰ ਸੀ NDP ਦੀ ਉਦੋਂ ਵੀ ਗੱਲਬਾਤ ਹੁੰਦੀ ਰਹੀ। ਔਰ ਹੁਣ ਜਿਹੜੇ ਕਿਸਾਨ ਨੇ ਉਹ ਕੀ ਕੁਝ ਕਹਿ ਰਹੇ ਨੇ? ਕੱਲ ਵੀ ਤੁਹਾਡੀ ਗੱਲ ਹੋਈ ਹੈ ਕਿ ਐਕਟਿਵਿਸਟ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਗੱਲ ਹੋਈ, ਸਾਡਾ ਉਹ ਤੇ ਵੀ ਥੋੜਾ ਚਾਨਣਾ ਪਾਓ। ਜੀ ਬਿਲਕੁਲ ਸਮੀਰ ਜੀ, ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਟੈਸਟ ਬਾਰੇ ਦੱਸੀਏ ਕਿ ਕਿਸਾਨ ਕੀ ਕਰ ਰਹੇ, ਮੈਂ ਥੋੜਾ ਜਿਹਾ ਬੈਕਗਰਾਉਂਡ ਇਨਫੋਰਮੇਸ਼ਨ ਦੇ ਦੇਵਾਂ ਕਿ ਜਿਹੜਾ ਇਹ ਮੁੱਦਾ ਹੈਗਾ ਇਹ ਕਿਵੇਂ ਤੇ ਕਿੱਦਾਂ ਸ਼ੁਰੂ ਹੋਇਆ। ਜੀ 1973 ਦੇ ਵਿੱਚ ਜੀ BC ਗਵਰਨਮੈਂਟ ਇੱਕ ਐਗਰੀਕਲਚਰ ਲੈਂਡ ਰਿਜ਼ਰਵ ਬਣਾਉਂਦੀ ਹੈ। ਉਹ ਇਸ ਲਈ ਬਣਾਉਂਦੀ ਹੈ ਕਿ BC ਦੇ ਵਿੱਚ ਜਿਹੜੀ ਹੈਗੀ ਆ ਉਹ ਜ਼ਮੀਨ ਹੈਗੀ ਹੈ, ਐਗਰੀਕਲਚਰ ਲੈਂਡ ਹੈ, ਉਹਨੂੰ ਬਚਾਇਆ ਜਾ ਸਕੇ। ਅਸੀਂ ਦੱਸਦੇ ਕਿ 4.7 ਮਿਲੀਅਨ ਹੈਕਟੇਅਰ ਜਿਹੜੀ ਹੈਗੀ ਆ ਉਹ ਜ਼ਮੀਨ ALR ਦੇ ਅੰਡਰ ਹੈਗੀ ਆ, ਔਰ ਇਹ ਸਿਰਫ ਟੋਟਲ ਲੈਂਡ ਜ਼ਮੀਨ ਦਾ 5% ਹਿੱਸਾ ਮੰਨਿਆ ਜਾਂਦਾ। ਸਰਕਾਰ ਦਾ ਕਹਿਣਾ ਕਿ ਟੋਟਲ ਲੈਂਡ ਬੇਸ ਦਾ ਸਿਰਫ 5% ਹਿੱਸਾ ਜਿਹੜਾ ਐਗਰੀਕਲਚਰ ਦੇ ਅੰਡਰ ਹੈ। ਔਰ ਸਰਕਾਰ ਦਾ ਤੌਖਲਾ ਸੀਗਾ
ਕਿ ਹਰ ਸਾਲ 6000 ਹੈਕਟੇਅਰ ਜਿਹੜੀ ਜ਼ਮੀਨ ਹੈ ਉਹ ਐਗਰੀਕਲਚਰ ਲੈਂਡ ਰਿਜ਼ਰਵ ਤੋਂ ਬਾਹਰ ਹੋ ਰਹੀ ਹੈਗੀ ਹੈ। ਇਹਦੇ ਲਈ 1973 ਦੇ ਵਿੱਚ ਜਿਹੜੇ ਐਗਰੀਕਲਚਰ ਲੈਂਡ ਰਿਜ਼ਰਵ ਦੀ ਸਥਾਪਨਾ ਕੀਤੀ ਜਾਂਦੀ ਹੈ ਔਰ ਐਗਰੀਕਲਚਰਲ ਲੈਂਡ ਕਮਿਸ਼ਨ ALC ਬਣਾਇਆ ਜਾਂਦਾ ਤਾਂ ਕਿ ਇਸ ਦੇਖ ਰੇਖ ਕੀਤੀ ਜਾ ਸਕੇ। 2004 ਦੇ ਵਿੱਚ ਜਿਹੜੀ BC ਗਵਰਨਮੈਂਟ ਹੈਗੀ ਹੈ ਜੀ ਉਹ ਇਹਨੂੰ ਰੀਡੈਜ਼ਿਗਨੇਟ ਕਰਦੀ ਹੈਗੀ ਹੈ ALC ਨੂੰ ਔਰ ਰੀਜਨਲ ਪਾਵਰਸ ਦਿੰਦੀ ਹੈਗੀ ਹੈ ਕਿ ਤੁਸੀਂ ਆਪਣੇ ਡਿਸਟ੍ਰਿਕਟ ਵਾਈਜ਼ ਜਿਹੜਾ ALR ਲੈਂਡ ਨੂੰ ਤੁਸੀਂ ਦੇਖ ਸਕਦੇ ਹੋ। ਔਰ ਇਸ ਤੋਂ ਇਲਾਵਾ ਪਰ ਜਦੋਂ ਸਮੀਰ ਜੀ ਉਸ ਤੋਂ ਬਾਅਦ ਗੱਲ ਆਉਂਦੀ ਹੈਗੀ ਹੈ ਜਦੋਂ ਰੀਜਨਲ ਪਾਵਰਸ ਦਿੱਤੀਆਂ ਜਾਂਦੀਆਂ ਤਾਂ 2010 ਦੇ ਵਿੱਚ ਜਿਹੜਾ ਆਡੀਟਰ ਜਨਰਲ ਆਫ BC ਹੈਗਾ ਉਹ ਇੱਕ ਸਰਵੇ ਕਰਦੇ ਹੈਗੇ ਆ। ਉਹ ਸਰਵੇ ਤੋਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜਾ ALC ਹੈਗਾ ਉਹ ਨਾਕਾਮਯਾਬ ਰਿਹਾ ਹੈਗਾ ਐਗਰੀਕਲਚਰ ਲੈਂਡ ਨੂੰ ਪ੍ਰੋਟੈਕਟ ਕਰਨ ਦੇ ਵਿੱਚ। ਤਾਂ ਸਰਕਾਰ ਜਿਹੜਾ 2014 ਦੇ ਵਿੱਚ ਜਾ ਕੇ BC ਗਵਰਨਮੈਂਟ ਹੋਰ ਜ਼ਿਆਦਾ ਇਹਦੇ ਵਿੱਚ ਅਮੈਂਡਮੈਂਟਸ ਕਰਦੀ ਹੈ। ਤਾਂ ਸਰਕਾਰ 2014 ਦੇ ਵਿੱਚ 2 ਜ਼ੋਨ ਬਣਾਉਂਦੀ ਹੈਗੀ, ਜ਼ੋਨ 1 ਤੇ ਜ਼ੋਨ 2। ਜਿਹੜਾ ਜ਼ੋਨ 1 ਹੈਗਾ ਸਮੀਰ ਜੀ ਉਹ ALR ਲੈਂਡ ਹੈਗੀ ਜਿਹੜੀ ਵੈਨਕੂਵਰ ਆਈਲੈਂਡ ਤੇ ਸਾਊਥ ਕੋਸਟ ਤੇ ਓਕਨੈਗਨ ਰੀਜਨ ਦੇ ਵਿੱਚ ਇਹਨੂੰ ਪ੍ਰਾਇੋਰਟਾਈਜ਼ ਬੇਸਿਸ ਤੇ ਰੱਖਿਆ ਜਾਂਦਾ ਹੈ ਕਿ ਐਗਰੀਕਲਚਰ ਪ੍ਰੋਟੈਕਸ਼ਨ ਜਿਹੜੀ ਇਹ ਜ਼ੋਨ 1 ਹੈਗੀ ਇਹਦੇ ਵਿੱਚੋਂ ਜ਼ਮੀਨ ਕਢਾਉਣੀ ਬੇहद ਮੁਸ਼ਕਿਲ ਕਰ ਦਿੱਤੀ ਜਾਂਦੀ ਹੈ। ਔਰ ਜਿਹੜਾ ਬਾਕੀ ਦਾ ਜਿਹੜਾ BC ਦਾ ਇਲਾਕਾ ਹੈਗਾ ਸਮੀਰ ਜੀ ਉਹਨੂੰ ਜ਼ੋਨ 2 ਦੇ ਵਿੱਚ ਰੱਖਿਆ ਜਾਂਦਾ ਹੈ। ਔਰ ਇੱਥੇ ਨਹੀਂ ਬਸ ਨਹੀਂ ਸਮੀਰ ਜੀ, ਇਸ ਤੋਂ ਬਾਅਦ ਜਿਹੜੀ ਸਰਕਾਰ ਨੂੰ ਫਿਰ ਵੀ ਲੱਗਦਾ ਹੈ ਕਿ ਹਜੇ ਵੀ ਜਿਹੜੀ ਮੈਜੋਰਿਟੀ ਆਫ ਲੈਂਡ ਹੈਗੀ ਹੈ ਉਹ ਬਚ ਨਹੀਂ ਪਾ ਰਹੀ, ਲਗਾਤਾਰ ਲੈਂਡ ਬਾਹਰ ਹੋ ਰਹੀ ਹੈ। 2017 ਦੇ ਵਿੱਚ ਜਦੋਂ ਜੌਨ ਹੌਰਗਨ ਸਰਕਾਰ ਆਉਂਦੀ ਹੈਗੀ ਹੈ ਤਾਂ ਜਦੋਂ ਐਗਰੀਕਲਚਰ ਮਿਨਿਸਟਰ ਬਣਦੇ ਹੈਗੇ ਲੈਨਾ ਪੌਪਮ, ਤਾਂ 2018 ਦੇ ਵਿੱਚ ਉਹ ਇਹਨਾਂ ਦੋਵੇਂ ਜ਼ੋਨਸ ਦੀ ਡਿਸਟਿੰਕਸ਼ਨ ਨੂੰ ਐਲੀਮੀਨੇਟ ਕਰਦੇ ਹੈਗੇ ਔਰ ਬਿੱਲ 52 ਲੈ ਕੇ ਆਉਂਦੇ ਆ, ਜਿਹੜਾ ਕਿ ਬਿੱਲ 52 ਕਹਿੰਦਾ ਕਿ ਤੁਸੀਂ ਆਪਣੀ ਜ਼ਮੀਨ ਦੇ ਉੱਪਰ ਇੰਨਾ ਵੱਡਾ ਘਰ ਪਾ ਸਕਦੇ ਹੋ ਤੇ ਆਹ ਕੁਝ ਕਰ ਸਕਦੇ ਹੋ। ਔਰ ਇਸ ਤੋਂ ਖਫਾ ਹੋਏ ਜਿਹੜੇ BC ਦੇ ਕਿਸਾਨ ਨੇ ਸਮੀਰ ਜੀ ਉਹ ਲਗਾਤਾਰ ਜਿਹੜਾ ਪ੍ਰੋਟੈਸਟ ਦੇ ਰਾਹ ਪੈਂਦੇ ਹੈਗੇ ਆ। ਉਹਨਾਂ ਵੱਲੋਂ ਇੱਕ ਜਿਹੜੀ ਐਗਰੀਕਲਚਰ BC ਲੈਜਿਸਲੇਸ਼ਨ ਦੇ ਸਾਹਮਣੇ ਇੱਕ ਰੈਲੀ ਕੀਤੀ ਜਾਂਦੀ ਹੈ ਵੱਡੀ, ਪੂਰੇ BC ਦੇ ਕਿਸਾਨ ਉੱਥੇ ਪਹੁੰਚਦੇ ਹੈਗੇ ਆ। ਔਰ ਇਸ ਤੋਂ ਇਲਾਵਾ ਸਮੀਰ ਜੀ ਜਿਹੜੇ ਇੱਕ ਮੇਗਨ ਮੈਕਫਰਸਨ ਨਾਮ ਦੇ ਇੱਕ ਐਕਟਿਵਿਸਟ ਹੈਗੇ ਉਹਨਾਂ ਵੱਲੋਂ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਔਰ ਕਿਸਾਨਾਂ ਨੇ ਇੱਕ ਜਿਹੜਾ ਫੇਸਬੁੱਕ ਤੇ ਚੇਂਜਸ ਟੂ ਬਿੱਲ 52 ਉਹਨੂੰ ALR ਕਨੈਕਟ ਵੀ ਕਿਹਾ ਜਾਂਦਾ ਹੈ ਗਰੁੱਪ ਬਣਾਇਆ ਹੋਇਆ ਔਰ ਇੱਕ ਪਟੀਸ਼ਨ ਵੀ ਜਿਹੜੀ ਹੈਗੀ ਹੈ ਚਲਾਈ ਗਈ ਹੈ। ਉਹਦੇ ਵਿੱਚ 30,000 ਤੋਂ ਜ਼ਿਆਦਾ ਜਿਹੜੇ ਕਿਸਾਨਾਂ ਨੇ ਆਪਣੇ ਸਾਈਨ ਜਿਹੜੇ ਹੈਗੇ ਆ ਉਸ ਤੇ ਦਿੱਤੇ ਹੋਏ ਆ। ਸਰਕਾਰ ਕਿਸਾਨਾਂ ਨੂੰ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈਗੀ ਹੈ ਕਿ ਤੁਸੀਂ ਇਸ ਬਿੱਲ ਨੂੰ ਰੀਅਪੀਲ ਕਰੋ, ਕੋਈ ਅਮੈਂਡਮੈਂਟਸ ਨਹੀਂ ਕਿਸਾਨ ਚਾਹੁੰਦੇ ਕਿ ਇਹ ਦੋਨੇ ਬਿੱਲ ਜਿਹੜੀ ਹੈਗੀ ਆ ਉਹ ਸਰਕਾਰ ਰੀਅਪੀਲ ਕਰੇ ਔਰ ਕੱਲ ਅਸੀਂ ਵਾਪਸ ਲਵੇ। ਔਰ ਕੱਲ ਅਸੀਂ ਮੇਗਨ ਮੈਕਫਰਸਨ ਜੋ ਐਕਟਿਵਿਸਟ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਔਰ ਉਹਨਾਂ ਨੇ ਸਾਫ਼ ਜ਼ਾਹਿਰ ਕੀਤਾ ਕਿ ਬਹੁਤ ਸਾਰੇ ਜਿਹੜੇ ਕਿਸਾਨ ਹੈਗੇ ਆ ਉਹ ਇਸ ਤੋਂ ਦੁਖੀ ਹੈਗੇ ਆ। ਇਹਦੇ 'ਚ ਸਰਮੀਤ ਇੱਕ ਚੀਜ਼ ਸਮਝਣ ਵਾਲੀ ਹੈ ਕਿ ਸਰਕਾਰ ਦਾ ਪੱਖ ਇਹਦੇ ਤੇ ਕੀ ਰਿਹਾ। ਸ਼ੁਰੂਆਤ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੇ ਭਾਰਤੀ ਪਰਿਵਾਰ ਨੇ ਜਿਹੜੇ ਕਿਸਾਨੀ ਨਾਲ ਜੁੜੇ ਨੇ ਜਾਂ ਜਿਹੜੇ ਚਾਈਨੀਜ਼ ਪਰਿਵਾਰ ਨੇ ਜਿਹੜੇ ਕਿਸਾਨੀ ਨਾਲ ਜੁੜੇ ਨੇ ਜਾਂ ਐਗਰੀਕਲਚਰ ਲੈਂਡ ਜਿਨ੍ਹਾਂ ਨੇ ਖਰੀਦੀ ਹੈ ਉਹ ਉੱਥੇ ਵੱਡੇ ਵੱਡੇ ਘਰ ਪਾਉਣਾ ਚਾਹੁੰਦੇ ਆ ਔਰ ਉਹ ਜਿਹੜੇ ਘਰ ਪਾ ਕੇ ਤੇ ਖੇਤੀ ਦੇ ਨਾਂ ਤੇ ਉੱਥੇ ਖੇਤੀ ਨਹੀਂ ਕੀਤੀ ਜਾਂਦੀ, ਥੋੜ੍ਹੀ ਜਿਹੀ ਖੇਤੀ ਕੀਤੀ ਜਾਂਦੀ ਹੈ ਦਿਖਾਵੇ ਵਾਸਤੇ, ਪਰ ਐਗਰੀਕਲਚਰ ਲੈਂਡ ਲੈ ਕੇ ਉੱਥੇ ਘਰ ਬਹੁਤ ਵੱਡਾ ਪਾਲਿਆ ਜਾਂਦਾ ਜੋ ਕਿ ਇਹ ਕਿਹਾ ਲੋਕਾਂ ਦੇ ਵੱਲੋਂ ਇਹ ਗੱਲ ਜਿਹੜੀ ਹੈ ਇਹ ਅਕਸਰ ਇੱਕ ਭੰਡੀ ਜਾ ਰਹੀ ਸੀ ਕਿ ਇਸ ਤਰੀਕੇ ਦੇ ਨਾਲ ਜਿਹੜੇ ਲੈਂਡ ਆ ਉਹਦੀ ਵਰਤੋਂ ਕੀਤੀ ਜਾਂਦੀ ਆ, ਜਿਹਨੂੰ ਇਹ ਸੋਚ ਕੇ ਇਹ ਸਮਝਿਆ ਗਿਆ ਕਿ ਹਾਂਜੀ ਇਸ ਤਰ੍ਹਾਂ ਦੇ ਕਾਨੂੰਨ ਜਿਹੜੇ ਬਣਾਏ ਗਏ। ਪਰ ਉਸ ਤੋਂ ਬਾਅਦ ਜਦੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਸਰਕਾਰ ਦੇ ਕੰਨਾਂ ਤੇ ਕੋਈ ਜੂਨ ਨਹੀਂ ਰਹਿੰਦੀ। ਅਜੇ ਤੱਕ ਇਹ ਜਿਹੜਾ ਇਸ਼ੂ ਹੈ ਇਹ ਇਸੇ ਤਰੀਕੇ ਨਾਲ ਚੱਲ ਰਿਹਾ। ਪਰ ਕੀ ਸਰਕਾਰ ਦੇ ਵੱਲੋਂ ਕਿਸੇ ਕਿਸਮ ਦਾ ਕੋਈ ਇਹਦੇ ਤੇ ਗੱਲਬਾਤ ਜਾਂ ਕੋਈ ਬਿਆਨਬਾਜ਼ੀ ਤੁਹਾਡੇ ਸਾਹਮਣੇ ਆਈ ਸਰਮੀਤ ਜੀ? ਜੀ ਬਿਲਕੁਲ ਸਮੀਰ ਜੀ, ਜਿਹੜਾ ਸਰਕਾਰ ਵੱਲੋਂ ਮੈਗਾ ਮੈਂਸ਼ਨਸ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਜਿਹੜੇ ਪੰਜਾਬੀ ਜਾਂ ਖਾਸ ਕਰ ਸਾਊਥ ਏਸ਼ੀਅਨ ਜਾਂ ਚਾਈਨੀਜ਼ ਮੂਲ ਦੇ ਜਿਹੜੇ ਨਿਵਾਸੀ ਹੈਗੇ ਆ ਉਹ ਵੱਡੇ ਵੱਡੇ ਘਰ ਜਿਹੜੇ ਹੈਗੇ ਐਗਰੀਕਲਚਰ ਲੈਂਡ ਰਿਜ਼ਰਵ ਦੇ ਵਿੱਚ ਪਾਉਂਦੇ ਹੈਗੇ ਔਰ ਇਸ ਦੇ ਵਿੱਚ ਇੱਕ ਟੈਕਸ ਦਾ ਵੀ ਬੜਾ ਇਸ਼ੂ ਰਹਿੰਦਾ ਕਿ ਜਿਹੜਾ ਕਮਰਸ਼ੀਅਲ ਪ੍ਰਾਪਰਟੀ ਦਾ ਟੈਕਸ ਆ ਉਹ ਜ਼ਿਆਦਾ ਰਹਿੰਦਾ ਹੈਗਾ, ਐਗਰੀਕਲਚਰ ਲੈਂਡ ਦਾ ਜਿਹੜਾ ਟੈਕਸ ਘੱਟ ਰਹਿੰਦਾ ਔਰ ਇਸ ਲਈ ਸ਼ਾਇਦ ਕੁਝ ਲੋਕਾਂ ਵੱਲੋਂ ਐਕਸਪਲੋਇਟ ਵੀ ਐਗਰੀਕਲਚਰ ਲੈਂਡ ਨੂੰ ਕੀਤਾ ਗਿਆ। ਔਰ ਜਦੋਂ ਬਿੱਲ ਲਿਆਂਦੇ ਗਏ ਆ ਸਮੀਰ ਜੀ ਉਸ ਤੋਂ ਬਾਅਦ ਜਦੋਂ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈਗਾ ਇਹਨਾਂ ਬਿੱਲਾਂ ਨੂੰ ਲੈ ਕੇ, ਤਾਂ ਸਰਕਾਰ ਇੱਕ ਇੰਟੈਂਸ਼ਨ ਪੇਪਰ ਲੈ ਕੇ ਆਉਂਦੀ ਹੈ ਜਿਹਦੇ ਵਿੱਚ ਸਰਕਾਰ ਲਗਾਤਾਰ ਜਿਹੜਾ ਹੈਗਾ ਇੱਥੋਂ ਦੇ ਕਿਸਾਨਾਂ ਨਾਲ ਗੱਲਬਾਤ ਕਰਦੀ ਹੈਗੀ। ਸਮੀਰ ਜੀ ਇਸ ਤੋਂ ਪਹਿਲਾਂ ਕਿ ਮੈਂ ਦੱਸਾਂ ਕਿ ਸਰਕਾਰ ਦੀ ਜਿਹੜੀ ਕੀ ਪਾਲਿਸੀ ਹੈਗੀ, ਮੈਂ ਚਾਹੂੰਗਾ ਕਿ ਕੱਲ ਜਿਹੜੀ ਆਪਣੀ ਮੇਗਨ ਮੈਕਫਰਸਨ ਨਾਲ ਜਿਹੜੀ ਐਕਟਿਵਿਸਟ ਹੈਗੀ ਉਹ ਗੱਲਬਾਤ ਜਿਹੜੀ ਹੋਈ ਹੈਗੀ ਹੈ ਉਹ ਪਲੀਜ਼ ਆਪਾਂ ਆਪਣੇ ਲਿਸਨਰਸ ਨੂੰ ਸੁਣਾਈਏ ਤਾਂ ਜੋ ਲਿਸਨਰਸ ਸੁਣ ਸਕਣ ਕਿ ਕੀ ਕੁਝ ਉਹਨਾਂ ਨੇ ਕਿਹਾ। ਜੀ ਜੀ ਬਿਲਕੁਲ। Good morning, Megan. Thanks for your time. Good morning, Hi. Megan. Thanks for your time. Hi, thank you for having me. So please tell us about these farm bills. Well, Bill 52 and Bill 15 came in a couple of years ago now with the NDP government and created some pretty significant changes to the ALCA. Well, Bill 52 brought in some changes to the Agricultural Land Commission Act that oversaw some changes in a few different areas regarding housing, fill, and that sort of thing. And then Bill 15 came in shortly thereafter
and strengthen the authority of the Agriculture Land Commission. And Megan, how you are personally affected by it and how others are being affected by these bills? Well, I was impacted by not being able to have secondary housing on my property because I am not farming at a scale that warrants secondary housing. And unfortunately, this restriction has prevented me from proceeding with any farming that I wanted to do. So it's actually impacted my ability to begin farming on my property. And I know that there are several people around the province who have been impacted in a similar manner. And how you are leading this movement against these bills? What kind of protest you guys are doing now? Well, right now we're sort of in a limbo. We are waiting for the fall session to take place and hear what Minister Popham has to bring in. There was a housing flexibility intentions paper that came out in January of 2020. She did hear our concerns and hear the hardships that were placed on people, and we're hoping that she will bring some changes in the fall session to get people their housing back. So right now we are just waiting basically to see what Minister Popham is going to do next. And are you getting enough support from the local politicians, your MPs and your MLAs? I feel as though the issue was taken seriously around the province by a lot of the MLAs. We got significant support from the Liberal Party in the opposition and continue to do so. And we got support from Minister Popham last year. She did meet with us, and she did put out an engagement session that went around the province to collect the concerns and hear what people had to say about how these changes were impacting their ability to, farm on their property. And Megan, what message do you want to give to our listeners? I want to give the message to listeners that it's really important for politicians to be listening to the boots on the ground. The people who are owning these properties, living on these properties, trying to farm these properties. Small scale local agriculture is going to be the sustainable way forward. And there's over 40,000 parcels that are considered small parcels in the ALR. So it's time to start paying attention to what the property owners of these small parcels need in order to farm, and kind of put realistic expectations on them about what they can farm. And if they're only using it for residential uses, then maybe it's time to cut these properties loose from the ALR. And the ALC would then be freed up to actually manage parcels that could be viable operations. Thank you so much, Megan. Thanks for your ਸੋ ਇਹ ਸਨ ਮੈਗਨ ਮੈਕਫਰਸਨ ਜਿਹੜੇ ਕਿ ਕਿਸਾਨ ਨੇ, ਐਕਟਿਵਿਸਟ ਨੇ, ਇਸ ਬਿੱਲ ਦੇ ਬਾਰੇ ਗੱਲਬਾਤ ਕਰ ਰਹੇ ਸੀ, ਇਹਨਾਂ ਬਿੱਲਸ ਦੇ ਬਾਰੇ। ਔਰ ਸਰਮੀਤ ਸਿੰਘ ਹੁਣਾਂ ਦੀ ਇਹਨਾਂ ਨਾਲ ਗੱਲਬਾਤ ਹੋਈ, ਜਿਹੜੇ ਕਿ ਸਾਡੇ ਰਿਪੋਰਟਰ ਨੇ, ਔਰ ਇਹਨਾਂ ਨੇ ਇਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰਕਾਰ ਇਹਨਾਂ ਬਿੱਲਾਂ ਤੋਂ ਸਮੱਸਿਆ ਕੀ ਹੈ, ਔਰ ALC ਜਿਹੜੀ ਬਣਾਈ ਗਈ ਸੀ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਔਰ ਸਰਮੀਤ, ਸਾਨੂੰ ਦੱਸੋ ਕਿ ALC ਬਣਾਉਣ ਦੇ ਪਿੱਛੇ ਸਰਕਾਰ ਦਾ ਕੀ ਮੰਤਵ ਸੀ ਔਰ ਕੀ ਐਕਸਪੈਕਟੇਸ਼ਨ ਸੀ ਸਰਕਾਰ ਦੀਆਂ ਉਸ ALC ਨੂੰ, ਉਸ ਕਮਿਸ਼ਨ ਨੂੰ ਬਣਾਉਣ ਦੇ ਪਿੱਛੇ? ਜੀ ਬਿਲਕੁਲ ਸਮੀਰ ਜੀ, ਜਦੋਂ ਇਹ ALR ਦਾ ਮੁੱਦਾ ਉੱਠਿਆ ਤਾਂ ਸਰਕਾਰ ਨੇ ਇੱਕ ਐਗਰੀਕਲਚਰ ਲੈਂਡ ਕਮਿਸ਼ਨ ਦਾ ਗਠਨ ਕੀਤਾ, ਜਿਹੜਾ ਕਿ ਦੇਖ ਰੇਖ ਕਰ ਸਕਦਾ ਹੈਗਾ ਕਿ ਕਿੰਨੀ ਕੁ ਲੈਂਡ ਜਿਹੜੀ ਹੈਗੀ ਐਗਰੀਕਲਚਰ ਲੈਂਡ ਰਿਜ਼ਰਵ ਦੇ ਵਿੱਚ ਰਹਿੰਦੀ ਹੈਗੀ ਹੈ ਤੇ ਕੀ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਹੈਗੀਆਂ। ਇਹ ALC ਹੀ ਹੈ ਜੋ ਕਿਸਾਨਾਂ ਨਾਲ ਡੀਲ ਕਰਦਾ ਹੈਗਾ ਜਦੋਂ ਕਿਸਾਨਾਂ ਨੇ ਆਪਣੀ ਜ਼ਮੀਨ ਜਿਹੜੀ ਹੈਗੀ ਹੈ ALR ਚੋਂ ਬਾਹਰ ਕਢਵਾਉਣੀ ਹੈਗੀ ਜਾਂ ਕਿਸਾਨਾਂ ਨੂੰ ਕੋਈ ਦਿੱਕਤ ਆ ਰਹੀ ਹੈਗੀ ਹੈ। ਔਰ ਇਸ ਦੇ ਲਈ ਅਸੀਂ ਕੱਲ ਜਿਹੜਾ ਹੈਗਾ ਇਥੋਂ ਦੇ ALC ਨੂੰ ਅਸੀਂ ਇੱਕ ਈਮੇਲ ਵੀ ਪਾਈ ਸੀ ਕਿ ਸਾਡੇ ਨਾਲ ਗੱਲਬਾਤ ਤੁਸੀਂ ਕਰੋ ਸਾਡੇ ਤੱਕ, ਤਾਂ ਜੋ ਅਸੀਂ ਰਾਬਤਾ ਕਾਇਮ ਕਰ ਸਕੀਏ ALC ਦਾ ਆਮ ਕਿਸਾਨਾਂ ਦੇ ਨਾਲ। ਔਰ ਇੱਕ ਮੈਂ ਹੋਰ ਛੋਟੀ ਜਿਹੀ ਇਨਫੋਰਮੇਸ਼ਨ ਸਮੀਰ ਜੀ ਦੇਣੀ ਚਾਹੂੰਗਾ ਕਿ ਜਿਹੜੀ ਆਪਾਂ ਇਨਫੋਰਮੇਸ਼ਨ ਦਿੱਤੀ ਹੈਗੀ ਕਿ 5382 ਸਕੁਅਰ ਫੀਟ ਹੈਗੀ ਆ। ਔਰ ਇਸ ਤੋਂ ਇਲਾਵਾ ਇੱਕ ਰਿਚਮੰਡ ਦੇ ਵਿੱਚ ਇਹ ਜਿਹੜੀ ਘਟਾ ਕੇ ਸਿਰਫ 4300 ਸਕੁਅਰ ਫੀਟ ਰੱਖ ਦਿੱਤੀ ਗਈ, ਔਰ ਡੈਲਟਾ ਦੇ ਵਿੱਚ ਸਿਰਫ 3500 ਸਕੁਅਰ ਫੀਟ ਜਿਹੜੀ ਹੈਗੀ ਹੈ ਇਹ ਜ਼ਮੀਨ ਜਿਹੜੀ ਹੋਣੀ ਚਾਹੀਦੀ ਹੈਗੀ ਹੈ। ਔਰ ਇਸ ਵੇਲੇ ਸਾਡੇ ਨਾਲ ਐਗਰੀਕਲਚਰ ਲੈਂਡ ਕਮਿਸ਼ਨ ਦੇ ਫਾਰਮਰ ਮੈਂਬਰ ਸਤਵਿੰਦਰ ਬੈਂਸ ਜਿਹੜੇ ਨੇ ਉਹ ਸ਼ਾਮਿਲ ਨੇ, ਫੋਨ ਲਾਈਨ ਦੇ ਉੱਤੇ ਸਾਡੇ ਨਾਲ ਮੌਜੂਦ ਨੇ। ਸਤਵਿੰਦਰ ਬੈਂਸ ਉਹਨਾਂ ਨਾਲ ਗੱਲ ਕਰਦੇ ਹਾਂ। ਸਤਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
ਥੈਂਕ ਯੂ ਜੀ। ਸਤਿੰਦਰ ਜੀ, ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ALC ਬੇਸਿਕਲੀ ਕਿਸ ਤਰੀਕੇ ਨਾਲ ਕੰਮ ਕਰਦਾ। ਤੁਸੀਂ ਫਾਰਮਰ ਮੈਂਬਰ ਰਹੇ ਹੋ, ਔਰ ਕੀ ਐਕਸਪੈਕਟੇਸ਼ਨ ਜਿਹੜੀਆਂ ਉਹ ਸਰਕਾਰ ਉਹਨਾਂ ਤੋਂ ਕਰਦੀ ਹੈ, ਔਰ ਕਿਸ ਤਰ੍ਹਾਂ ਦੀਆਂ ਐਕਸਪੈਕਟੇਸ਼ਨਸ ਜਿਹੜੀਆਂ ਉਹ ਫਾਰਮਰਸ ਉਹਨਾਂ ਤੋਂ ਰੱਖਦੇ ਆ। ਹਾਂਜੀ, ਥੈਂਕ ਯੂ ਫॉर ਹੈਵਿੰਗ ਮੀ। ਦੋ ਇਹਦੇ ਭਾਗ ਨੇ ਜਿਹੜੇ ਕੁਐਸਚਨ ਦੇ। ਇੱਕ ਤਾਂ ਅਸੀਂ ਸਰਕਾਰ ਦੀ ਅਸੀਂ ਉਹਨਾਂ ਦੇ ਸਰਵੈਂਟਸ ਨਹੀਂ ਗਏ, ਅਸੀਂ ਅਪਾਇੰਟਡ ਬਾਈ ਗਵਰਨਮੈਂਟ ਹੈਗੇ, ਪਰ ਅਸੀਂ ਇੰਡੀਪੈਂਡੈਂਟ ਹਾਂ ਗਵਰਨਮੈਂਟ ਤੋਂ। ਸੋ ਜੇ ਗਵਰਨਮੈਂਟ ਰੂਲਸ ਪਾਸ ਕਰਦੀ ਹੈ, ਅਸੀਂ ਉਹਨਾਂ ਦੇ ਰੂਲਸ ਨੂੰ ਨਿਭਾਣੇ ਆ, ਦੈਟਸ ਫॉर ਸ਼ੋਰ। ਅਸੀਂ ਉਹ ਜਿਹੜੇ ਰੈਗੂਲੇਸ਼ਨਸ ਨੇ ਉਹਨਾਂ ਨੂੰ ਪ੍ਰੈਕਟਿਸ ਦੇ ਵਿੱਚ ਨਿਭਾਣੇ ਆ। ਪਰ ਜਿਹੜੀ ਸਾਡੀ ਡਿਸੀਜਨ ਮੇਕਿੰਗ ਹੈ ਉਹ ਸੈਕਿੰਡ ਭਾਗ ਹੈ, ਉਹ ਅਸੀਂ ਇੰਡੀਪੈਂਡੈਂਟ ਆਫ ਗਵਰਨਮੈਂਟ ਤੋਂ ਬਣਾਉਂਦੇ ਆ। ਸੋ ਸਾਡੀ ਕੋਈ ਗਵਰਨਮੈਂਟ ਦਾ ਇੰਟਰਫੇਰੈਂਸ ਨਹੀਂ ਗੀ ਇਹਦੇ ਵਿੱਚ। ਜਿਹੜੇ ਕਮਿਸ਼ਨਰਸ ਅਪਾਇੰਟ ਹੁੰਦੇ ਨੇ ਉਹ ਰੈਗੂਲੇਸ਼ਨਸ ਨੂੰ ਸਟੱਡੀ ਕਰਦੇ ਆ, ਉਹਨਾਂ ਨੂੰ ਸਮਝਦੇ ਨੇ ਤੇ ਉਹ ਰੈਗੂਲੇਸ਼ਨਸ ਨੂੰ ਡਿਸੀਜਨ ਵਿੱਚ ਅਪਲਾਈ ਕਰਦੇ ਆ। ਪਰ ਅਸੀਂ ਗਵਰਨਮੈਂਟ ਦੇ ਸਰਵੈਂਟਸ ਨਹੀਂ ਗਏ, ਅਸੀਂ ਅਪਾਇੰਟਡ ਬਾਈ ਗਵਰਨਮੈਂਟ ਬਟ ਵੀ ਆਰ ਇੰਡੀਪੈਂਡੈਂਟ ਆਫ ਗਵਰਨਮੈਂਟ। ਔਰ ਸਤਿੰਦਰ ਜੀ, ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ ਕਿ ਜਦੋਂ ਇਹ ਬਿੱਲ ਲੈ ਕੇ ਆਂਦੇ ਗਏ ਸਰਕਾਰ ਵੱਲੋਂ, ਉਹਦੇ ਪਿੱਛੇ ਕੀ ਰੀਜ਼ਨ ਸੀ, ਕੀ ਮਨਸ਼ਾ ਸੀ ਸਰਕਾਰ ਦੀ? ਇਹ ਬਿੱਲ ਲਿਆਉਣ ਦੇ ਪਿੱਛੇ ਕੀ ਰੀਜ਼ਨ ਸੀ? ਇਹ ਤਾਂ ਤੁਹਾਨੂੰ ਸਰਕਾਰ ਨੂੰ ਪੁੱਛਣਾ ਪੈਣਾ ਜੀ। ਅਸੀਂ ਸਰਕਾਰ ਦੇ ਬਿੱਲਸ ਦੇ ਵਿੱਚ ਪੋਲੀਟੀਕਲ ਸਿਚੁਏਸ਼ਨ ਵਿੱਚ ਨਹੀਂ ਇਨਵੋਲਵ ਹੁੰਦੇ। ਇਹ ਤੁਸੀਂ ਗਵਰਨਮੈਂਟ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਉਹਨਾਂ ਦੀ ਕੀ ਸਮੱਸਿਆ ਹੈ, ਉਹਨੂੰ ਕਿੱਦਾਂ ਹੱਲ ਕਰਨਾ ਚਾਹੁੰਦੇ ਆ। ਉਹਨਾਂ ਦੇ ਗਵਰਨਮੈਂਟ ਹੈਜ਼ देयर ਓਨ ਪਾਲਿਸੀ ਡਿਸੀਜਨ ਮੇਕਿੰਗ, ਤੇ ਉਹਨਾਂ ਦੇ ਕਈ ਮੁੱਦੇ ਹੁੰਦੇ ਜਿਹੜੇ ਕਿ ਉਹ ਆਪਣੀ ਟੈਨਿਅਰ ਦੇ ਵਿੱਚ ਕੰਪਲੀਟ ਕਰਨਾ ਚਾਹੁੰਦੇ ਆ। NDP ਆਉਂਦੀ, ਉਹਨਾਂ ਦੇ ਡਿਫਰੈਂਟ ਵਿਊਜ਼ ਨੇ, ਲਿਬਰਲਸ ਆਉਂਦੇ, ਉਹਦੇ ਡਿਫਰੈਂਟ ਵਿਊਜ਼ ਨੇ, ਕੋਈ ਹੋਰ ਗਵਰਨਮੈਂਟ ਆਏਗੀ ਉਹਦੀ ਡਿਫਰੈਂਟ ਵਿਊਜ਼ ਹੈ। ਸੋ ਉਹਨਾਂ ਦਾ ਤਾਂ ਮਕਸਦ ਹੁੰਦਾ ਹੈ ਕਿ ਉਹ ਜਿਹੜੇ ਰੂਲਸ ਬਣਾ ਸਕਣ, ਕਈ ਚੇਂਜ ਕਰ ਸਕਦੇ ਆ, ਕਈ ਨਹੀਂ ਚੇਂਜ ਕਰ ਸਕਦੇ। ਜਿਹੜੇ ਉਹ ਚੇਂਜ ਕਰ ਸਕਦੇ ਆ ਉਹ ਆਪਣੀ ਪੋਲੀਟੀਕਲ ਆਈਡੀਓਲੋਜੀ ਦੇ ਮੁਤਾਬਕ ਚੇਂਜ ਕਰਨਾ ਚਾਹੁੰਦੇ ਆ। ਸੋ ਇਹ ਤਾਂ ਤੁਹਾਨੂੰ ਕੁਐਸਚਨ ਉਹਨਾਂ ਨੂੰ ਪੁੱਛਣਾ ਪੈਣਾ ਜੀ। ਫੇਅਰ ਇਨਫ। ਸਤਿੰਦਰ ਜੀ, ਇਹ ਤੁਹਾਡੇ ਕੋਲ ਜ਼ਰੂਰ ਜਾਣਨਾ ਚਾਹਾਂਗੇ। ਤੁਸੀਂ ਦੱਸਿਆ ਕਿ ਇੱਕ ਇੰਡੀਪੈਂਡੈਂਟ ਬੋਡੀ ਦੇ ਵਾਂਗੂ ਡਿਸੀਜਨ ਬਣਾਏ ਜਾਂਦੇ ਆ ALC ਦੇ ਵੱਲੋਂ। ਸੋ ਜੇਕਰ ਸਰਕਾਰ ਦੇ ਵੱਲੋਂ ਕੋਈ ਚੀਜ਼ ਪਾਸ ਕੀਤੀ ਗਈ ਹੋਏ ਜਾਂ ਸਰਕਾਰ ਵੱਲੋਂ ਕਿਹਾ ਜਾਏ ਕਿ ਇਹ ਜਿਹੜੀ ਗੱਲਬਾਤ ਹੈ ਉਹ ਕਿਸਾਨਾਂ ਤੱਕ ਲੈ ਕੇ ਜਾਣੀ ਹੈ, ਪਰ ALC ਨੂੰ ਲੱਗੇ, ਕਮਿਸ਼ਨਰ ਨੂੰ ਲੱਗੇ ਜਾਂ ਕਮਿਸ਼ਨ ਨੂੰ ਲੱਗੇ ਕਿ ਇਹ ਚੀਜ਼ਾਂ ਜਿਹੜੀਆਂ ਜਿਹੜੇ ਕਿਸਾਨ ਨੇ ਉਹ ਕੁਝ ਹੋਰ ਚਾਹੁੰਦੇ ਨੇ, ਸੋ ਕੀ ਜਿਹੜੇ ਡਿਸੀਜਨ ਨੇ ਸਰਕਾਰ ਦੇ ਉਹ ਚੇਂਜ ਵੀ ਹੋ ਸਕਦੇ ਨੇ? ਹਾਂਜੀ, ਕਿਉਂ ਨਹੀਂ ਹੋ ਸਕਦੇ। ਸਰਕਾਰ ਅਸੀਂ ਆ, ਵੀ ਆਰ ਦ ਗਵਰਨਮੈਂਟ। ਅਸੀਂ ਵੋਟ ਕਰਦੇ ਹਾਂ ਗਵਰਨਮੈਂਟ ਨੂੰ ਇੰਸਟਾਲ ਕਰਨ ਲਈ। ਸੋ ਐਬਸੋਲੂਟਲੀ ਰੂਲ ਚੇਂਜ ਹੋ ਸਕਦੇ ਹੈ। ਇਹ ਤਾਂ ਤੁਹਾਡੀ ਵੋਟਿੰਗ ਬਲੌਕ ਪਾਵਰ ਹੈ ਕਿ ਜੇ ਤੁਸੀਂ ਕਿਸਾਨ ਕਹਿਣ ਕਿ ਅਸੀਂ ਇਸ ਮੁੱਦੇ ਨੂੰ ਨਹੀਂ ਐਕਸੈਪਟ ਕਰਦੇ, ਅਸੀਂ ਏਦਾਂ ਦੀ ਚਾਹੁੰਦੇ ਹਾਂ। ਉਹ ਟਾਈਮ ਲੱਗਦਾ ਹੈ ਗਵਰਨਮੈਂਟ ਨੂੰ ਸੁਣਨ ਲਈ, ਤੇ ਜਿੱਦਾਂ ਤੁਹਾਡੇ ਪਹਿਲੇ ਸਪੀਕਰ ਨੇ ਕਿਹਾ ਕਿ ਤੁਸੀਂ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ, ਦੱਸੋ ਆਪਣੇ MLAs ਨੂੰ, MP ਜਿਹੜੇ ਤੁਹਾਡੇ ਰੀਜਨ ਦੇ ਨੇ ਜਾਂ ਜਿਹੜੇ MLA ਐਗਰੀਕਲਚਰ ਦੇ ਹੈਡ ਨੇ, ਉਹਨਾਂ ਨੂੰ ਦੱਸੋ। ਬਟ ਵੀ ਮਸਟ ਅੰਡਰਸਟੈਂਡ ਕਿ ਸਾਡੀ ਕਮਿਊਨਿਟੀ ਦੀ ਬੜੀ ਇਹ ਘਾਟ ਹੈ ਕਿ ਅਸੀਂ ਗਾਹਾਂ ਨਹੀਂ ਜਾਂਦੇ। ਅਸੀਂ ਕਈ ਵਾਰੀ ਪੈਸਿਵ ਹੋ ਜਾਂਦੇ ਹਾਂ ਤੇ ਅਸੀਂ ਸਮਝਦੇ ਨਹੀਂ ਕਿ ਸਾਡਾ ਕੋਈ ਇਹਦੇ ਵਿੱਚ ਮਕਸਦ ਹੈਗਾ ਕਿ ਅਸੀਂ ਵੀ ਕੈਨ ਮੇਕ ਚੇਂਜ। ਬਟ I must say every individual, every community has the right to ask the government to make change according to their needs. Once the change is made, then bodies like the Agricultural Land Commission, ਉਹਨਾਂ ਨੂੰ ਉਹ changes ਨੂੰ accept ਕਰਨਾ ਪੈਂਦਾ ਤੇ ਉਸ change law ਜਿਹੜਾ ਬਣਿਆ ਉਸ law ਨੂੰ uphold ਕਰਨਾ ਹੈ। ਸਾਡਾ ਤਾਂ ਇਹ ਮਕਸਦ ਹੈ ਕਿ ਜਿਹੜਾ law ਬਣਿਆ ਉਹਨੂੰ uphold ਕਰਨਾ ਹੈ। ਸਾਡਾ ਇਹ ਮਕਸਦ ਨਹੀਂ ਕਿ ਉਹਨੂੰ question ਕਰਨਾ। ਔਰ ਸਤਵਿੰਦਰ ਜੀ, ਸਾਡੇ ਸਰੋਤਿਆਂ ਨੂੰ ਪਲੀਜ਼ ਤੁਸੀਂ ਜੇ ਜਾਣਕਾਰੀ ਦੇ ਸਕੋ ਕਿ ਜੇ ਕਿਸੇ ਫਾਰਮਰ ਨੇ ਆਪਣੀ ਜਿਹੜੀ ਜ਼ਮੀਨ ਹੈਗੀ ਆ ਉਹ ਐਗਰੀਕਲਚਰ ਲੈਂਡ ਰਿਜ਼ਰਵ ਚੋਂ ਕਢਵਾਉਣੀ ਹੈਗੀ ਹੈ ਜਾਂ ਕੁਝ ਚੇਂਜਸ ਚਾਹੁੰਦੇ ਹੈਗੇ ਆ, ਤਾਂ ਉਹਦਾ ਕੀ ਐਪਲੀਕੇਸ਼ਨ ਪ੍ਰੋਸੈਸ ਰਹੇਗਾ, ਕਿੰਨੀ ਕੁ ਉਹਦੀ ਫੀਸ ਹੋ ਸਕਦੀ ਹੈਗੀ ਹੈ ਤੇ ਕਿੰਨਾ ਕੁ ਜਿਹੜਾ ਇਹਦੀ ਡਿਊਰੇਸ਼ਨ ਹੋ ਸਕਦੀ ਹੈ, ਇਹਦੇ ਬਾਰੇ ਪਲੀਜ਼ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸੋ। ਡਿਊਰੇਸ਼ਨ ਤਾਂ ਜੀ ਡਿਪੈਂਡਸ ਕਿ ਕਿੰਨੇ ਕੇਸਿਸ। ਸਾਊਥ ਕੋਸਟ ਪੈਨਲ ਦੀ ਮੈਂ ਮੈਂਬਰ ਸੀਗੀ ਜਿਹੜੀ ਕਿ ਵੈਂਕੂਵਰ, all of Vancouver from North Vancouver all the way to past Hope, Boston Park, ਕਾਫੀ ਵੱਡਾ ਰੀਜਨ ਹੈ ਜਿਹਦੇ ਵਿੱਚ ਕਾਫੀ ਇੰਟੈਂਸਿਵ ਐਗਰੀਕਲਚਰ ਹੈ। ਸੋ ਸਾਡੇ ਜਿਹੜੇ ਕੇਸਿਸ ਸਾਡੇ ਮੂਹਰੇ ਆਉਂਦੇ, ਜਿਹੜੇ ਐਪਲੀਕੇਸ਼ਨਸ ਆਉਂਦੀਆਂ ਉਹ ਕਾਫੀ ਜ਼ਿਆਦਾ ਨੇ। ਸੋ ਅਸੀਂ ਹਰ ਮਹੀਨੇ ਉਹਨਾਂ ਨੂੰ ਸਟੱਡੀ ਕਰਦੇ ਹਾਂ, ਉਹਨਾਂ ਦੇ ਡਿਸੀਜਨਸ ਬਣਾਉਂਦੇ ਹਾਂ। ਸੋ ਐਪਲੀਕੇਸ਼ਨ ਤਾਂ ਜਿਹੜੀ ਕਰਨੀ ਹੈ ਕਮਿਊਨਿਟੀ ਨੇ ਐਕਸਕਲੂਜਨ ਦੇ ਲਈ ਉਹ ਜ਼ਰੂਰ ਕਰਨ, ਬਿਕੋਜ਼ ਇਹ ਪ੍ਰੋਸੈਸ ਜਿਹੜਾ ਹੈ ਮੈਰਿਟ ਬੇਸਡ ਹੈ। ਇਹ ਹੈ ਨੀ ਗਾ ਕਿ ਹਰ ਇੱਕ ਚੀਜ਼ ਇਸੇ ਤਰ੍ਹਾਂ ਡਿਸੀਜਨ ਬਣੇਗੀ ਜਿਹੜਾ ਤੁਸੀਂ ਕੇਸ ਲੈ ਕੇ ਆਉਂਦੇ ਹੋ। ਐਵਰੀ ਕੇਸ ਇਜ਼ ਡਿਫਰੈਂਟ, every circumstance is different। ਉਹ ਅਸੀਂ ਲੈਂਸ ਸ਼ੋਰ ਗਵਰਨਮੈਂਟ ਦੇ ਲਾਜ਼ ਦਾ ਲੈਂਸ ਅਪਲਾਈ ਕਰਦੇ ਹਾਂ, ਬਟ ਸਾਡਾ ਜਿਹੜਾ ਅਸੀਂ ਜਿਹੜੀ ਸਲਾਹ ਮਸ਼ਵਰਾ ਕਰਦੇ ਹਾਂ ਐਜ਼ ਅ ਕਾਉਂਸਲ, ਐਜ਼ ਅ ਕਮੇਟੀ, ਐਜ਼ ਅ ਕਮਿਸ਼ਨ, ਅਸੀਂ ਜਿਹੜੀ ਉਹਦੀ ਫਾਈਲ ਨੂੰ ਪੜ੍ਹਨ ਦੇ ਮੁਤਾਬਕ ਉਹਨੂੰ ਸਮਝਦੇ ਹਾਂ, ਅਸੀਂ ਕੁਐਸਚਨਸ ਪੁੱਛਦੇ ਹਾਂ। ਇਟਸ ਬੇਸਡ ਔਨ ਐਵਰੀ ਇੰਡੀਵਿਜੂਅਲ।
ਸੋ ਮੈਂ ਇਨਕਰੇਜ ਕਰਦੀ ਹਾਂ ਸਾਰਿਆਂ ਨੂੰ ਕਿ ਤੁਸੀਂ ਆਪਣੀ ਐਪਲੀਕੇਸ਼ਨ ਕਰੋ ਗਵਰਨਮੈਂਟ ALC ਦੇ ਵਿੱਚ। ਉਹਨਾਂ ਦੇ ਜਿਹੜੇ ਸਟਾਫ ਨੇ ਬਹੁਤ ਚੰਗੇ ਨੇ, ਉਹ ਕਾਫੀ ਸਮਝਦਾਰ ਨੇ, ਉਹ ਤੁਹਾਨੂੰ ਰਾਈਟ ਇਨਫੋਰਮੇਸ਼ਨ ਦੇਣਗੇ, ਸਹੀ ਸੜਕ ਤੇ ਪਾਣਗੇ, ਸਹੀ ਸਿਸਟਮ ਦੇਣਗੇ, ਸਮਝਾਣਗੇ ਤੁਹਾਨੂੰ। ਤੋ ਪਹਿਲਾਂ ਤਾਂ ਤੁਸੀਂ ਇਨਕੁਆਇਰੀ ਕਰੋ, ਜਾ ਕੇ ਉਹਨਾਂ ਨੂੰ ਮਿਲੋ, ਕਮਿਸ਼ਨਰ ਜਿਹੜੇ ਐਗਰੀਕਲਚਰ ਲੈਂਡ ਰਿਜ਼ਰਵ ਦੇ ਸਟਾਫ ਨੇ ਉਹਨਾਂ ਨੂੰ ਜਾ ਕੇ ਉਹਨਾਂ ਨਾਲ ਗੱਲ ਕਰੋ। ਫਿਰ ਜੇ ਤੁਹਾਨੂੰ ਲੱਗਦਾ ਕਿ ਹਾਂ ਇਹ ਸਹੀ ਹੈ, ਅਸੀਂ ਅਪਲਾਈ ਕਰ ਸਕਦੇ ਹਾਂ, ਤੁਹਾਨੂੰ ਵਕੀਲਾਂ ਦੀ ਲੋੜ ਨਹੀਂ ਗੀ, ਕੁਛ ਨਹੀਂ ਲੋੜ, ਤੁਸੀਂ ਇੰਡੀਵਿਜੂਅਲੀ ਜਾ ਕੇ ਅਪਲਾਈ ਕਰ ਸਕਦੇ ਹੋ। ਜੇ ਤੁਹਾਡੇ ਕੋਲ ਕੋਈ ਡਾਕੂਮੈਂਟੇਸ਼ਨ ਹੈਗੀ ਜਿਹੜੀ ਪ੍ਰੂਵ ਕਰਦੀ ਹੈ ਤੁਹਾਡਾ ਕੇਸ, ਉਹਨੂੰ ਨਾਲ ਲੈ ਕੇ ਆਓ, ਉਹਨੂੰ ਅਟੈਚ ਕਰੋ। ਬਟ ਐਵਰੀ ਕੇਸ ਇਜ਼ ਬੇਸਡ ਔਨ ਇਟਸ ਮੈਰਿਟ। ਕੋਈ ਏਦਾਂ ਦਾ ਕੇਸ ਨਹੀਂਗਾ ਕਿ ਅਸੀਂ ਕਹਿੰਦੇ ਅਸੀਂ ਜੀ ਸਾਰਿਆਂ ਨੂੰ ਏਦਾਂ ਹੀ ਕਰਨਾ ਹੈ, ਲੰਘਾ ਦਿਓ ਇਹਨਾਂ ਨੂੰ, ਅਸੀਂ ਏਦਾਂ ਹੀ ਕਰਨਾ ਹੈ। There is no one way. There's no one way, and you must believe that your situation is unique. And the more you can present that unique situation to say this is how it affects me, this is what I believe, the commission is very open to listening to that. ਸਤਵਿੰਦਰ ਜੀ, ਜਿਹੜਾ ਇਹ ਕਮਿਸ਼ਨ ਹੈ ਇਹ ਡਾਇਰੈਕਟਲੀ ਆਨਸਰੇਬਲ ਹੈ ਟੂ ਦ ਮਿਨਿਸਟਰ ਆਫ ਐਗਰੀਕਲਚਰ, ਜਾਂ ਕਿ ਇਹਦੇ ਚ ਕੁਝ ਅੱਗੇ ਰੈਡ ਟੇਪਿਜ਼ਮ ਵੀ ਆਉਂਦਾ? No, we are as commissioners, ਅਸੀਂ ਨਹੀਂ responsible, ਅਸੀਂ responsible ਆਪਣੇ chair ਨੂੰ, ਸਾਡੀ chair speaks to the minister. ਅਸੀਂ ਨਹੀਂ minister ਨੂੰ responsible, ਜਿੱਦਾਂ of course in a long run, yes, we are responsible to the minister, but the chair has a lot of authority that the minister has given to the chair, delegated to the chair. So the chair makes this decision. Sadi chair ki Jennifer Dyson, she makes a lot of decisions in consultation with us. And as commissioners, we report to the chair. We do not report to the minister. ਐਂਡ ਸਤਵਿੰਦਰ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇੱਕ ਸਰਕਾਰ ਨੇ ਇੱਕ ਐਲਾਨ ਕੀਤਾ ਸੀਗਾ ਕਿ ਤੁਸੀਂ ਜਿਹੜੀਆਂ ਸੈਕੰਡ ਡਵੈਲਿੰਗਸ ਹੈਗੀਆਂ ਉਹ 31 ਜੁਲਾਈ 2021 ਤੱਕ ਬਣਾ ਸਕਦੇ ਹੈਗੇ ਹੋ। ਪਲੀਜ਼ ਥੋੜਾ ਜਿਹਾ ਇਹਦੇ ਬਾਰੇ ਚਾਨਣਾ ਪਾਓ ਕਿ ਇਹਦੇ ਪਿੱਛੇ ਕਿੰਨੀ ਕੁ ਸੱਚਾਈ ਹੈਗੀ, ਔਰ ਜੇ 31 ਤੱਕ ਬਣਾ ਸਕਦੇ ਤਾਂ ਉਸ ਤੋਂ ਬਾਅਦ ਕੀ ਹੋ ਸਕਦਾ ਹੈਗਾ? ਇਹ ਤਾਂ ਜੀ ਪੋਲਿਟਿਕਸ ਤੇ ਡਿਪੈਂਡ ਹੈ ਕੀ ਹੋ ਸਕਦਾ। ਬਹੁਤ ਕੁਝ ਹੋ ਸਕਦਾ, ਐਜ਼ ਯੂ ਕੈਨ ਇਮੈਜਿਨ। ਇਹ ਸਟ੍ਰਾਈਕ ਡਾਊਨ ਵੀ ਹੋ ਸਕਦਾ ਹੈ, ਇਹ ਕਨਫਰਮ ਵੀ ਹੋ ਸਕਦਾ ਹੈ, ਇਹ ਸਟਰੈਂਥਨ ਵੀ ਹੋ ਸਕਦਾ ਹੈ। ਇਹ ਤਾਂ ਪੋਲੀਟੀਸ਼ੀਅਨ ਤੇ ਡਿਪੈਂਡ ਹੈ ਜੀ। ਅਸੀਂ ਇਸ ਵਿੱਚ ਬਹੁਤਾ ਵੀ ਡੋਂਟ ਟੇਕ ਇੰਟਰਸਟ ਕਿ ਕੀ ਹੋਏਗਾ ਕੀ ਨਹੀਂ ਹੋਏਗਾ, ਉਹ ਤਾਂ ਗਵਰਨਮੈਂਟ ਡਿਸਾਈਡ ਕਰੇਗੀ, ਉਹ ਦੱਸ ਦੇਗੀ ਕਿ ਇਹ ਸਾਡਾ ਰੂਲ ਹੈ, ਇਹ ਤੁਸੀਂ ਅਪਲਾਈ ਕਰੋ। ਸੋ ਜਿਹੜੇ ਸੈਕੰਡ ਹਾਊਸ ਡਵੈਲਿੰਗਸ ਹੈ, ਇਹ ਕਾਫੀ ਹਿਸਟੋਰਿਕ ਇਨਫੋਰਮੇਸ਼ਨ ਹੈ। ਇਹ ਇੱਕਦਮ ਨਹੀਂ ਡਿਸੀਜਨ ਬਣਾਈ ਗਈ, ਕੱਲ ਨਹੀਂ, ਇੱਕ ਦਿਨ ਚ ਨਹੀਂ ਬਣਾਈ ਗਈ। ਕਾਫੀ ਇਹਨਾਂ ਨੇ consultation ਕੀਤੀ across the province. ਇਹਨਾਂ ਨੇ ਇੱਕ council ਵੀ appoint ਕੀਤੀ ਸੀਗੀ of very educated, well informed farmers, academicians, others, ਜਿਨ੍ਹਾਂ ਨੇ ਇਹ ਸਾਰੀ information collect ਕਰਕੇ ਇਹ decision ਦੱਸੀ ਹੈ। ਤੁਹਾਨੂੰ ਪਤਾ abuse ਤਾਂ ਹੁੰਦਾ ਹੀ ਹੈ ਸਿਸਟਮ ਦਾ, ਹਰ ਇੱਕ ਸਿਸਟਮ ਦਾ abuse ਹੁੰਦਾ ਤੇ ਕਈ ਵਾਰੀ ਜਿਹੜੇ ਚੰਗੇ ਆ ਉਹ ਵੀ ਨਾਲ ਘਸੀਟੇ ਜਾਂਦੇ ਆ। ਤੋ ਅਸੀਂ ਜਿਹੜਾ ਕਿ ਡਿਸੀਜਨ ਬਣਿਆ ਉਹਨੂੰ ਅਸੀਂ ਅਪਹੋਲਡ ਕਰਨਾ ਹੈ, ਨਾਟ ਕਿ ਉਹਨੂੰ ਕੁਐਸਚਨ ਕਰਨਾ ਜੀ। ਸਤਵਿੰਦਰ ਜੀ, ਵੀ ਨੋ ਕਿ ਤੁਸੀਂ ਬਹੁਤ ਬਿਜ਼ੀ ਹੋ, ਪਰ ਮੇਰਾ ਲਾਸਟ ਕੁਐਸਚਨ ਤੁਹਾਨੂੰ ਇਹ ਰਹੇਗਾ ਕਿ ਜਿਹੜਾ ਕਮਿਸ਼ਨ ਹੈ ਇਹ ਕਿਸ ਤਰੀਕੇ ਨਾਲ ਇਨਸ਼ੋਰ ਕਰਦਾ ਹੈ ਕਿ ਜਿਹੜਾ ਕੋਈ ਕੇਸ ਉਹਨਾਂ ਕੋਲ ਆਉਂਦਾ ਉਹਨੂੰ ਫੇਅਰਲੀ ਟਰੀਟ ਕੀਤਾ ਜਾਏ, ਕਿਉਂਕਿ ਜੇ ਅਪਾਇੰਟਮੈਂਟ ਗਵਰਨਮੈਂਟ ਵੱਲੋਂ ਹੁੰਦੀ ਹੈ ਤਾਂ ਇਹ ਤਾਂ ਨਹੀਂ ਕਿ ਕਿਤੇ ਝੁਕਾਅ ਜਿਹੜਾ ਉਹ ਗਵਰਨਮੈਂਟ ਵੱਲ ਹੁੰਦਾ ਹੋਵੇ ਬਾਇਸ? ਜੀ ਨਹੀਂ, ਬਿਲਕੁਲ ਨਹੀਂ ਜੀ। ਮੈਂ ਹੈਵ ਬੀਨ ਔਨ ਦ ਕਮਿਸ਼ਨ ਫॉर 8 years. ਅਸੀਂ ਐਵਰੀ ਟਾਈਮ ਅਸੀਂ ਬਹੁਤ ਆਪਣੇ ਆਪ ਨੂੰ ਚੈੱਕ ਕਰਦੇ ਹਾਂ that we create no bias, that we actually don't actually care what the government thinks about the decision. ਸਾਨੂੰ ਉਹ decision ਸਾਡੀ is only ਇਹਦਾ see government can interfere. ਜਦੋਂ ਅਸੀਂ decision ਨਾਲ ਹੀ the government can come and say ਜੀ ਇਹ decision ਰੱਦ ਹੈ, ਉਹ ਕਹਿ ਨਹੀਂ ਸਕਦੀ, ਸਿਰਫ ਕੋਰਟ ਕਹਿ ਸਕਦਾ। The person can take our decision to the courts, but they cannot take it to a minister and say ji minister nu ja ke, jitna kai countries which are minister ja ke wo fero decision change kar dende hai. Aida niga, the decision is final. Only way you can get relief is if the decision is made an error, and the error has to be proven in court. So there can be a reconsideration. ਅਸੀਂ reconsider ਵੀ ਕਰ ਸਕਦੇ ਹਾਂ, ਅਸੀਂ ਟਾਈਮ ਹੋਰ ਲਗਾ, ਜੇ ਕੋਈ ਨਵੀਂ ਇਨਫੋਰਮੇਸ਼ਨ ਆ ਸਕਦੀ ਹੈ ਸਾਡੇ ਸਾਹਮਣੇ ਜਿਹੜੀ ਅਸੀਂ ਪਹਿਲਾਂ ਨਹੀਂ ਉਹਨੂੰ ਉਹਦੇ ਵਿੱਚ ਘੁਲੇ ਜਾਂ ਉਸ ਗੱਲ ਨੂੰ ਸਮਝੇ, ਉਹ ਲਿਆ ਸਕਦੇ ਆ ਗਾਹਾਂ back to us. It can come back to us, but it cannot go to the minister. Thank you so much. We're not concerned with what the minister looks, how the minister views our decision. ਥੈਂਕ ਯੂ ਸੋ ਮਚ ਸਤਵਿੰਦਰ ਬੈਂਸੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ ਆਪਣੇ ਕੀਮਤੀ ਸਕੇਡਿਊਲ ਚੋਂ। ਵੀ ਰੀਅਲੀ ਐਪਰੀਸ਼ੀਏਟ। ਥੈਂਕ ਯੂ ਫॉर ਰੀਚਿੰਗ ਆਊਟ। ਬਾਏ ਬਾਏ ਜੀ। ਸੋ ਇਹ ਸਤਵਿੰਦਰ ਬੈਂਸੀ ਜੋ ਕਿ ALC ਦੇ ਫਾਰਮਰ ਮੈਂਬਰ ਰਹੇ, ਔਰ ਇਹਨਾਂ ਨੇ ਬਹੁਤ ਹੀ ਬੇਬਾਕ ਤਰੀਕੇ ਦੇ ਨਾਲ ਬਹੁਤ
ਸਪਸ਼ਟ ਤਰੀਕੇ ਦੇ ਨਾਲ ਗੱਲਬਾਤ ਕੀਤੀ। ਸਰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਹੜੀ ਤੁਸੀਂ ਇੱਕ ਜਾਣਕਾਰੀ ਪਹਿਲਾਂ ਦੇ ਰਹੇ ਸੀ ਕਿ ਜਿਹੜਾ ਲੈਂਡ ਮਾਸ ਏਰੀਆ ਹੈ ਬਣਾਉਣ ਦਾ, ਉਹ ਹੁਣ ਘਟਾ ਦਿੱਤਾ ਗਿਆ ਥੋੜ੍ਹਾ, ਸਾਨੂੰ ਉਹਦੇ ਬਾਰੇ ਇੱਕ ਵਾਰ ਫਿਰ ਤੋਂ ਜਾਣਕਾਰੀ ਦਿਓ ਕਿ ਕੀ ਇਹਦਾ ਕੋਈ ਰੀਜ਼ਨ ਵੀ ਦਿੱਤਾ ਗਿਆ ਕਿ ਡੈਲਟਾ ਔਰ ਰਿਚਮੰਡ ਔਰ ਬਾਕੀ ਦੇ ਏਰੀਆਜ਼ ਦੇ ਵਿੱਚ ਇਹ ਅਲੱਗ-ਅਲੱਗ ਜਿਹੜੀ ਦਿੱਤੀ ਗਈ ਹੈ, ਡੀਮਾਰਕੇਸ਼ਨ ਕੀਤੀ ਗਈ ਹੈ, ਕਿਉਂ ਕੀਤੀ ਗਈ ਹੈ? ਜੀ ਬਿਲਕੁਲ ਸਮੀਰ ਜੀ, ਜਿਹੜੀ BC ਦੇ ਵਿੱਚ ਜਿਹੜੀ ਹੈਗੀ ਆ ਉਹ 5382 ਸਕੁਅਰ ਫੀਟ ਜਾਂ ਤੁਸੀਂ 500 ਸਕੁਅਰ ਮੀਟਰ ਜਿਹੜੀ ਫਲੋਰ ਸਪੇਸ ਤੇ ਆਪਣਾ ਰੈਜ਼ੀਡੈਂਸ਼ੀਅਲ ਹਾਊਸ ਬਣਾ ਸਕਦੇ ਆ। ਔਰ ਹੁਣੇ ਸਾਨੂੰ ਇੱਕ ਫਾਰਮਰ ਵੱਲੋਂ ਇੱਕ ਆਪਣਾ ਕੰਸਰਨ ਆਇਆ ਹੈਗਾ, ਔਰ ਉਹਨਾਂ ਨੇ ਕਿਹਾ ਕਿ ਰਿਚਮੰਡ ਦੇ ਵਿੱਚ ਇਹਨੂੰ ਘਟਾ ਕੇ ਸਿਰਫ 4300 ਸਕੁਅਰ ਫੀਟ ਦੇ ਵਿੱਚ ਰੱਖਿਆ ਗਿਆ। ਘਰ ਜਿਹੜਾ ਥੋੜਾ 4300 ਸਕੁਅਰ ਫੀਟ ਦਾ ਹੋਣਾ ਚਾਹੀਦਾ, ਇਨਕਲੂਡਿੰਗ ਗਰਾਜ। ਔਰ ਇਸ ਤੋਂ ਅੱਗੇ ਚੱਲਦੇ ਆ, ਡੈਲਟਾ ਦੇ ਵਿੱਚ ਸਿਰਫ 3500 ਜਿਹੜਾ ਸਕੁਅਰ ਫੀਟ ਤੱਕ ਇਹਨੂੰ ਜਿਹੜਾ ਮਿਨੀਮਾਈਜ਼ ਕਰ ਦਿੱਤਾ ਗਿਆ। ਦੇਖੋ ਸਮੀਰ ਜੀ, ਕਿਵੇਂ ਸਰਕਾਰ ਜਿਹੜੀ ਹੈਗੀ ਤੁਹਾਡੇ ਤੇ ਪਾਬੰਦੀਆਂ ਲਗਾ ਰਹੀ ਹੈਗੀ। ਕਿੰਨਾ ਦੁੱਖ ਜਿਹੜਾ ਫਾਰਮਰਸ ਦੇ ਵਿੱਚ ਹੈਗਾ ਕਿ ਤੁਸੀਂ ਆਪਣੀ ਹੀ ਜ਼ਮੀਨ ਦੇ ਉੱਪਰ ਆਪਣੀ ਮਰਜ਼ੀ ਦੇ ਨਾਲ, ਆਪਣੀ ਮਰਜ਼ੀ ਦੇ ਅਕੋਰਡਿੰਗ ਤੁਸੀਂ ਜਿਹੜਾ ਘਰ ਨਹੀਂ ਪਾ ਸਕਦੇ। ਜਿਹੜੀ ਤੁਹਾਡੀ ਹੋਰ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਹੈ, ਕਿਸ ਤਰ੍ਹਾਂ ਦੇ ਹੋਰ ਉਹਨਾਂ ਦੇ ਇਸ਼ੂ ਰਹੇ? ਸਾਨੂੰ ਬਹੁਤ ਕਾਲਸ ਵੀ ਇਹਦੇ ਵਾਸਤੇ ਆਈਆਂ ਸੀ, ਅਸੀਂ ਹਾਲਾਂਕਿ ਅੱਜ ਕਾਲਸ ਨਹੀਂ ਲੈ ਰਹੇ ਇਸ ਮੁੱਦੇ ਦੇ ਉੱਤੇ, ਪਰ ਕਿਸ ਤਰ੍ਹਾਂ ਦੀਆਂ ਕਾਲਸ ਤੁਹਾਨੂੰ ਆਈਆਂ, ਕਿਸ ਤਰ੍ਹਾਂ ਦੀ ਗੱਲਬਾਤ ਹੋਈ? ਜੀ ਸਮੀਰ ਜੀ, ਬਿਲਕੁਲ ਬਹੁਤ ਸਾਰੇ ਅਸੀਂ ਮੇਨ ਸਟ੍ਰੀਮ ਫਾਰਮਰਸ ਵੱਲੋਂ ਸਾਨੂੰ ਈਮੇਲਸ ਕੀਤੀਆਂ ਗਈਆਂ, ਕਾਲਸ, ਮੈਸੇਜਿਸ ਆਏ, ਔਰ ਅਸੀਂ ਉਹਨਾਂ ਤੋਂ ਮਾਫੀ ਵੀ ਚਾਹੁੰਦੇ ਹਾਂ ਜਿਨ੍ਹਾਂ ਨੂੰ ਅਸੀਂ ਰਿਸਪੌਂਡ ਬੈਕ ਨਹੀਂ ਕਰ ਸਕੇ। ਬਹੁਤ ਸਾਰੇ ਜਿਹੜਾ ਫਾਰਮਰਸ ਦਾ ਕਹਿਣਾ ਸੀਗਾ ਸਮੀਰ ਜੀ, ਕਿ ਜਦੋਂ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ, ਜਦੋਂ ਉਹਨਾਂ ਦੀ ਪਿਛਲੀ ਜਨਰੇਸ਼ਨ ਇੱਥੇ ਆਈ, ਉਹਨਾਂ ਨੇ ਜ਼ਮੀਨਾਂ ਖਰੀਦੀਆਂ, ਔਰ ਹੁਣ ਉਹ ਕਹਿੰਦੇ ਆ ਕਿ ਸਾਡੇ ਪੇਰੈਂਟਸ ਨੇ ਬੜੀ ਮਿਹਨਤ ਦੇ ਨਾਲ ਜਿਹੜਾ ਮੌਰਟਗੇਜਸ ਨੂੰ ਪੇ ਆਫ ਕੀਤਾ। ਹੁਣ ਜਦੋਂ ਸਾਡੇ ਘਰ ਫ੍ਰੀ ਹੋਏ ਆ, ਜਦੋਂ ਅਸੀਂ ਦੂਜਾ ਘਰ ਪਾਉਣਾ ਚਾਹੁੰਦੇ ਹਾਂ, ਜਦੋਂ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ 2 ਜਨਰੇਸ਼ਨਸ ਹੋ ਚੁੱਕੀਆਂ ਹੈਗੀਆਂ, ਤਾਂ ਅਸੀਂ ਕਿੱਦਾਂ ਰਵਾਂਗੇ ਹੁਣ, ਜਦੋਂ ਅਸੀਂ ਦੂਸਰਾ ਘਰ ਹੀ ਨਹੀਂ ਪਾ ਸਕਦੇ? ਸਰਕਾਰ ਸਾਨੂੰ ਸਾਡੇ ਹੀ ਪੈਸੇ ਨਾਲ ਖਰੀਦੀ ਹੋਈ ਜ਼ਮੀਨ ਤੇ ਦੂਜਾ ਘਰ ਪਾਉਣ ਦੀ ਇਜਾਜ਼ਤ ਹੀ ਨਹੀਂ ਦੇ ਰਹੀ, ਤਾਂ ਸਾਡੀਆਂ 2 ਫੈਮਲੀਜ਼ ਕਿੱਧਰ ਜਾਣਗੀਆਂ? ਉਹਨਾਂ ਦਾ ਕਹਿਣਾ ਕਿ ਜੇ ਹੁਣ ਅਸੀਂ ਨਵਾਂ ਘਰ ਖਰੀਦਾਂਗੇ ਤਾਂ ਜਿਹੜੇ ਜ਼ਮੀਨ ਦੇ ਰੇਟ ਨੇ ਬਹੁਤ ਜ਼ਿਆਦਾ ਵੱਧ ਚੁੱਕੇ ਹੈਗੇ ਆ, ਘਰਾਂ ਦੇ ਪ੍ਰਾਈਸਿਸ ਬਹੁਤ ਜ਼ਿਆਦਾ ਵੱਧ ਚੁੱਕੇ ਹੈਗੇ ਆ। ਔਰ ਇਸੇ ਤਰ੍ਹਾਂ ਹੀ ਜਿਹੜਾ ਮੇਗਨ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ, ਕਿ ਮੇਗਨ ਦਾ ਕਹਿਣਾ ਸੀਗਾ ਕਿ ਉਹ ਆਪਣੀ ਜਿਹੜੀ ਫਾਰਮਿੰਗ ਆਪਰੇਸ਼ਨ ਹੈਗੀ ਆ ਉਹਨੂੰ ਚਲਾ ਹੀ ਨਹੀਂ ਪਾ ਰਹੇ। ਉਹਦਾ ਰੀਜ਼ਨ ਇਹ ਹੈ ਕਿ ਉਹ ਆਪਣੇ ਮਦਰ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਆ, ਪਰ ਉਹ ਸਿਰਫ ਉਹਨਾਂ ਕੋਲ ਇੱਕ ਛੋਟਾ ਜਿਹਾ ਜਿਹੜਾ ਘਰ ਹੈਗਾ ਐਗਰੀਕਲਚਰ ਲੈਂਡ ਰਿਜ਼ਰਵ ਦੇ ਉੱਪਰ, ਜਿਹਦੇ ਕਰਕੇ ਦੂਸਰਾ ਘਰ ਨਹੀਂ ਪਾ ਸਕਦੇ, ਜਿਹਦੇ ਕਰਕੇ ਉਹਨਾਂ ਦੀ ਆਪਦੀ ਫੈਮਿਲੀ ਨੂੰ ਰੱਖ ਨਹੀਂ ਸਕਦੇ। ਇਸ ਤੋਂ ਇਲਾਵਾ ਸਾਨੂੰ ਬਹੁਤ ਸਾਰੇ ਕਿਸਾਨਾਂ ਦੀਆਂ ਕਾਲਸ ਆਈਆਂ ਸਮੀਰ ਜੀ, ਜਿਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਮੈਕਸੀਕੋ ਤੋਂ ਆਪਣੇ ਜਿਹੜੀ ਲੇਬਰ ਲੈ ਕੇ ਆਉਂਦੇ ਹੈਗੇ, ਤਾਂ ਉਹਨਾਂ ਨੂੰ ਇੱਕ ਅਲੱਗ ਤੋਂ ਅਕੋਮੋਡੇਸ਼ਨ ਰੱਖਣਾ ਪੈਂਦਾ ਹੈ। ਹੁਣ ਜਦੋਂ ਖਾਸ ਕਰ ਇਸ ਕੋਵਿਡ ਦੇ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਸ਼ਾਰਟੇਜ ਆਈ ਲੇਬਰ ਦੀ, ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਐਕਸਟਰਾ ਐਕਸਪੈਂਸਿਸ ਜਿਹੜੇ ਇਸ ਦੇ ਉੱਪਰ ਕਰਨੇ ਪਏ, ਉਹਨਾਂ ਨੂੰ ਉਹਨਾਂ ਦੇ ਅਕੋਮੋਡੇਸ਼ਨ ਲਈ ਪ੍ਰਬੰਧ ਕਰਨੇ ਪਏ। ਉਹਨਾਂ ਤੋਂ ਵਾਰ-ਵਾਰ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਇੱਕ ਹੋਰ ਜਿਹੜੀ ਹੈਗੀ ਹੈ ਸੈਕਿੰਡ ਡਵੈਲਿੰਗ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਅਸੀਂ ਘੱਟੋ ਘੱਟ ਆਪਣੇ ਫੈਮਿਲੀ ਮੈਂਬਰਸ ਨੂੰ ਜਾਂ ਜਿਹੜੀ ਲੇਬਰ ਨੂੰ, ਕਿਉਂਕਿ ਲੇਬਰ ਨੂੰ ਵੀ ਅਕਸਰ ਇੱਥੇ ਫੈਮਿਲੀ ਮੈਂਬਰ ਵਜੋਂ ਟ੍ਰੀਟ ਕੀਤਾ ਜਾਂਦਾ ਹੈ, ਤਾਂ ਕਿ ਉਹਨਾਂ ਨਾਲ 6-6 ਮਹੀਨੇ ਸਪੈਂਡ ਕਰਦੇ ਹੈਗੇ ਐਗਰੀਕਲਚਰ ਲੈਂਡ ਦੇ ਉੱਪਰ ਰਹਿਣ ਲਈ। ਜਦੋਂ ਸੈਕਿੰਡ ਡਵੈਲਿੰਗ ਹੀ ਹੈ ਨਹੀਂ ਗੀ, ਤਾਂ ਕਿਵੇਂ ਉਹ ਸਰਵਾਈਵ ਕਰਨਗੇ? ਕਿਉਂਕਿ ਉਹਨਾਂ ਨੂੰ ਦੂਰ ਰਹਿਣਾ ਪੈ ਗਿਆ ਕਿਤੇ ਨਾ ਕਿਤੇ, ਤਾਂ ਉੱਥੋਂ ਆਉਣ ਜਾਣ ਦੀ ਟਰਾਂਸਪੋਰਟੇਸ਼ਨ ਕਾਸਟ, ਟਾਈਮ ਵੱਧ ਜਾਏਗਾ। ਸਰਕਾਰ ਬਹੁਤ ਸਾਰੇ ਕਿਸਾਨਾਂ ਨੇ ਸਾਨੂੰ ਅਪਰੋਚ ਕੀਤਾ ਕਿ ਤਾਂ ਕਿ ਅਸੀਂ ਉਹਨਾਂ ਦੀ ਜਿਹੜੀ ਇਹ ਮੰਗ ਹੈਗੀ ਆ ਉਹ ਸਰਕਾਰ ਤੱਕ ਪਹੁੰਚਾ ਸਕੀਏ। ਔਰ ਸਮੀਰ ਜੀ, ਮੈਂ ਇੱਕ ਛੋਟਾ ਜਿਹਾ ਹੋਰ ਅਪਡੇਟ ਦੇਣਾ ਚਾਹੂੰਗਾ। ਜਦੋਂ ਹੁਣ ਵਾਰ-ਵਾਰ ਲਗਾਤਾਰ ਜਿਹੜਾ ਹੈਗਾ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ, ਵਾਰ-ਵਾਰ ਮੰਗ ਉਠਾਈ ਗਈ, ਤਾਂ ਸਰਕਾਰ ਵੱਲੋਂ ਇੱਕ ਮੀਟਿੰਗਸ ਦਾ ਜਿਹੜਾ ਦੌਰ ਕਿਸਾਨਾਂ ਨਾਲ ਚਲਾਇਆ ਗਿਆ, ਔਰ ਇਹਨੂੰ ਇੰਟੈਂਸ਼ਨ ਪੇਪਰ ਸਰਕਾਰ ਕਹਿੰਦੇ ਕਿ ਇੱਕ ਇੰਟੈਂਸ਼ਨ ਪੇਪਰ ਲੈ ਕੇ ਆਏ ਸਰਕਾਰ ਤੋਂ, ਤਾਂ ਕਿ ਜਿਹੜਾ ਇਹ ਕਿਸਾਨਾਂ ਤੋਂ ਇਸ ਦੇ ਬਾਰੇ ਰਾਏ ਜਾਣੀ ਜਾ ਸਕੇ। ਔਰ ਇਸ ਦੇ ਵਿੱਚ ਮੈਂ ਸਮੀਰ ਜੀ ਤੁਹਾਨੂੰ ਦੱਸ ਦੇਵਾਂ ਕਿ 153 ਮਿਊਨਿਸਪੈਲਿਟੀਜ਼ ਆਉਂਦੀਆਂ ਹੈਗੀਆਂ ਜਿਨ੍ਹਾਂ ਦੀ ਲੈਂਡ ਜਿਹੜੀ ALR ਦੇ ਵਿੱਚ ਹੈਗੀ ਹੈ, ਪਰ ਉਹਨਾਂ ਦੇ ਵਿੱਚੋਂ ਸਿਰਫ 29 ਮਿਊਨਿਸਪੈਲਿਟੀਜ਼ ਨੇ ਹੀ ਜਿਹੜਾ ਸਰਕਾਰ ਨਾਲ ਇਸ ਗੱਲਬਾਤ ਦੇ ਵਿੱਚ ਹਿੱਸਾ ਲਿਆ। ਔਰ ਦੂਜੇ ਪਾਸੇ ਸਮੀਰ ਜੀ 257 ਜਿਹੜੇ ਇੰਡੀਵਿਜੂਅਲ ਫਾਰਮਰਸ ਹੈਗੇ ਆ, ਭਾਵੇਂ ਕਿਸੇ ਐਸੋਸੀਏਸ਼ਨ ਨਾਲ ਜੁੜੇ ਹੋਣ, ਉਹਨਾਂ ਵੱਲੋਂ ਸਰਕਾਰ ਤੱਕ ਜਿਹੜੀ ਆਪਣੀ ਗੱਲਬਾਤ ਰੱਖੀ ਰਹੇਗੀ। ਔਰ ਇਹਦੇ ਨਾਲ ਸਰਕਾਰ ਨੇ ਕੀ ਕੀਤਾ ਹੈਗਾ, 31 ਜੁਲਾਈ 2021 ਤੱਕ ਜਿਹੜਾ ਸੈਕਿੰਡ ਡਵੈਲਿੰਗਸ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਫਿਲਹਾਲ ਇਹ ਸਿਰਫ 31 ਜੁਲਾਈ 2021 ਤੱਕ ਹੈ। ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਅੱਗੇ ਕੀ ਹੁੰਦਾ ਹੈਗਾ। ਜੀ ਸਮੀਰ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਰਮੀਤ, ਸਾਨੂੰ ਇਹ ਸਾਰੀਆਂ ਜਾਣਕਾਰੀਆਂ ਦੇਣ ਵਾਸਤੇ। ਜੀ ਧੰਨਵਾਦ ਸਮੀਰ ਜੀ। ਸੋ ਇਹ ਕੈਨੇਡਾ ਦੇ ਕਿਸਾਨ ਜਿਹੜਾ ਸੀਰੀਜ਼ ਸ਼ੁਰੂ ਕੀਤੀ ਹੈ, ਇਹਨੂੰ ਅੱਜ ਸਪਾਂਸਰ ਕੀਤਾ BC ਫਰੂਟ ਗਰੋਅਰਸ ਐਸੋਸੀਏਸ਼ਨ ਨੇ। ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਕਿ ਅੱਜ ਦਾ ਐਪੀਸੋਡ ਉਹਨਾਂ ਦੇ ਵੱਲੋਂ ਸਪਾਂਸਰ ਕੀਤਾ ਗਿਆ। ਔਰ ਨਾਲ ਦੇ ਨਾਲ ਜਾਣਕਾਰੀ ਦੇ ਦਈਏ ਕਿ ਕੱਲ੍ਹ ਇਸ ਲੜੀ ਦੇ ਵਿੱਚ ਹੀ ਅਸੀਂ ਜਿਹੜੇ ਬਲੂਬੇਰੀਜ਼ ਦੇ ਫਾਰਮਰਸ ਨੇ ਉਹਨਾਂ ਨੂੰ ਲੈ ਕੇ ਆਵਾਂਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਔਰ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ, ਉਹਨਾਂ ਦੇ ਕੀ ਮੁੱਦੇ ਨੇ, ਉਹਨਾਂ ਦੇ ਕੀ ਮੰਗਾਂ ਨੇ, ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ। ਔਰ ਸਾਨੂੰ ਬਹੁਤ ਸਾਰੇ ਬਲੂਬੇਰੀ ਦੇ ਫਾਰਮਰਸ ਨੇ ਜਿਨ੍ਹਾਂ ਨੇ ਸੰਪਰਕ ਕੀਤਾ, ਕਿਉਂਕਿ ਉਹ ਇੱਥੋਂ ਦੀ ਇੱਕ ਮੁੱਖ ਖੇਤੀ ਮੰਨੀ ਜਾਂਦੀ ਹੈ, ਕਿ ਇਸ ਜਿਹੜੀ ਲੜੀ ਹੈ ਇਹਨੂੰ ਹੋਰ ਅੱਗੇ ਚਲਾਇਆ ਜਾਏ, ਔਰ ਜਿਹੜਾ ਬਲੂਬੇਰੀ ਫਾਰਮਰਸ ਨੇ ਉਹਨਾਂ ਨੂੰ ਜ਼ਿਆਦਾ ਦਿਨ ਦਿੱਤੇ ਜਾਣ, ਕਿਉਂਕਿ ਉਹਨਾਂ ਦੇ ਇਸ਼ੂਜ਼ ਬਹੁਤ ਸਾਰੇ ਨੇ, ਇੱਕ ਦਿਨ ਦੇ ਵਿੱਚ ਉਹ ਸਮੇਟੇ ਨਹੀਂ ਜਾ ਸਕਦੇ। ਸੋ ਡੈਫੀਨੇਟਲੀ ਅਸੀਂ ਇਸ ਗੱਲ 'ਤੇ ਵੀ ਵਿਚਾਰ ਕਰ ਰਹੇ ਹਾਂ, ਮੈਨੇਜਮੈਂਟ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਸਾਡਾ ਜਿਹੜਾ ਸਮਾਂ ਬਲੂਬੇਰੀ ਫਾਰਮਰਸ ਵਾਸਤੇ ਉਹ ਇਸ ਲੜੀ ਦੇ ਵਿੱਚ ਵਧਾਇਆ ਜਾਏ। ਪਰ ਸਾਡਾ ਇਹ ਸੋਚਣਾ ਸੀ ਕਿ ਸਾਰੇ ਜਿਹੜੇ
ਕਿੱਤਾਕਾਰ ਨੇ, ਖੇਤੀ ਦੇ ਨਾਲ ਜੁੜੇ ਹੋਏ, ਉਹਨਾਂ ਸਭ ਨੂੰ ਬਰਾਬਰ ਦਾ ਸਮਾਂ ਦਿੱਤਾ ਜਾਏ। ਪਰ ਅਸੀਂ ਡੈਫੀਨੇਟਲੀ ਇਹ ਜਿਹੜੀ ਮੰਗ ਹੈ ਬਲੂਬੇਰੀ ਫਾਰਮਰਸ ਦੀ, ਉਹ ਡੈਫੀਨੇਟਲੀ ਅੱਗੇ ਲੈ ਕੇ ਜਾਵਾਂਗੇ। ਸੋ ਇਹਦੇ ਨਾਲ ਹੀ ਪ੍ਰੋਗਰਾਮ ਸਮਾਪਤੀ ਵੱਲ ਪਹੁੰਚ ਗਿਆ ਜੀ। ਸਮੀਰ ਕੌਸ਼ਲ ਨੂੰ ਇਜਾਜ਼ਤ ਦਿਓ। ਤੁਹਾਡੇ ਕੋਲ ਸੁਝਾਅ ਹੋਣ 6042040600 ਤੇ ਦੇ ਸਕਦੇ ਹੋ। ਅਗਲਾ ਪ੍ਰੋਗਰਾਮ ਲੈ ਕੇ ਜਨਾਬ ਹਰਜੀਤ ਸਿੰਘ ਗਿੱਲ ਹੋਣੀ ਤੁਹਾਡੇ ਸਾਹਮਣੇ ਹਾਜ਼ਰ ਹੋਣਗੇ। ਬੜਾ ਹੀ ਇਨਫੋਰਮੇਟਿਵ ਪ੍ਰੋਗਰਾਮ ਉਹਨਾਂ ਦਾ। ਸੁਣਦੇ ਰਹੋ CKSP 600 AM ਸ਼ੇਰੇ ਪੰਜਾਬ ਰੇਡੀਓ। ਸਮੀਰ ਕੌਸ਼ਲ ਨੂੰ ਇਜਾਜ਼ਤ ਦਿਓ। ਹੁਣ ਖਬਰਾਂ ਦਾ ਸਮਾਂ ਹੋ ਗਿਆ। ਖਬਰਾਂ ਲੈ ਕੇ ਸਰਮੀਤ ਸਿੰਘ ਹਾਜ਼ਰ ਹੋਣਗੇ ਔਰ ਉਸ ਤੋਂ ਅੱਗੇ ਹਰਜੀਤ ਸਿੰਘ ਗਿੱਲ ਸ਼ਾਮਲ ਹੋਣਗੇ।